ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਸਵਾਗਤ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਉਹ ਮੁੱਦੇ ਲੈਂਦੇ ਹਾਂ ਜਿਹੜੇ ਪੱਕਦੇ ਮੁੱਦੇ ਨੇ, ਤੇ ਅੱਜ ਅਸੀਂ ਫਿਰ ਦੁਬਾਰਾ ਤੁਹਾਡੇ ਨਾਲ ਉਸ ਮੁੱਦਿਆਂ ਨਾਲ ਸਾਂਝ ਪਾਵਾਂਗੇ ਜਿਹੜੇ ਅਮਰੀਕਾ ਵਿੱਚ ਵੀ ਵਾਪਰੇ ਨੇ ਤੇ ਪੰਜਾਬ ਵਿੱਚ ਵੀ। ਤੇ ਸੰਜੀਵ ਯਸ਼ ਖੰਨਾ ਜੀ ਮੇਰੇ ਨਾਲ ਸਾਥ ਨਿਭਾਉਣਗੇ। ਤੇ ਖੰਨਾ ਜੀ, ਉਹ ਵਿਸ਼ਾ ਲਓ ਜਿਹੜਾ ਇਸ ਵੇਲੇ ਬਿਲਕੁਲ ਭਖ ਰਿਹਾ ਤੇ ਸਾਡੇ ਸਾਰੇ ਦਰਸ਼ਕਾਂ ਦੀ ਨਜ਼ਰਾਂ ਵਿੱਚ। ਬਿਲਕੁਲ ਜੀ, ਸਾਡੇ ਭਾਰਤੀ, ਸਾਡੇ ਪੰਜਾਬ ਦੇ ਲੋਕ ਬੜੇ ਖਿੜੇ ਮੱਥੇ ਲੈਣਗੇ ਇਸ ਸਭ ਤੋਂ ਪਹਿਲਾਂ ਦੀ ਨਿਊਜ਼ ਨੂੰ ਕਿ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਅਮਰੀਕਾ 10 ਲੱਖ ਦੇ ਕਰੀਬ ਵੀਜ਼ੇ ਜਾਰੀ ਕਰਨ ਜਾ ਰਿਹਾ ਹੈ। ਵਾਹ, ਇਹ ਤੁਸੀਂ ਇਸ ਪ੍ਰੋਗਰਾਮ ਦੇ ਆਰੰਭ ਵਿੱਚ ਹੀ ਵਧੀਆ ਮਸਲਾ ਲਿਆ, ਕਿਉਂਕਿ ਸਾਡੇ ਇੱਥੋਂ ਦੇ ਯੂਥ ਜਿੰਨੇ ਨੇ ਪੜ੍ਹਾਈ ਲਈ ਵੀ ਜਾ ਰਹੇ ਆ ਔਰ ਅਮਰੀਕਾ ਦੀ ਧਰਤੀ 'ਤੇ ਜਾ ਕੇ ਆਪਣੇ ਬਿਜ਼ਨਸ ਵੀ ਸ਼ੁਰੂ ਕਰਨਾ ਚਾਹੁੰਦੇ ਆ, ਔਰ ਨਾਲ ਦੀ ਉਹਨਾਂ ਦਾ ਜਿਹੜਾ ਗੁਆਂਢੀ ਦੇਸ਼ ਆ ਕੈਨੇਡਾ ਵਿੱਚ ਵੀ ਜਾ ਰਿਹਾ। ਪਰ ਇਹ ਅਮਰੀਕਨ ਸਰਕਾਰ ਨੇ ਜਿਹੜੀ ਇਮੀਗ੍ਰੇਸ਼ਨ ਉਹਨਾਂ ਦਾ ਡਿਪਾਰਟਮੈਂਟ ਆ, ਉਹਨਾਂ ਨੇ ਇਸ ਵੇਲੇ ਜਾਰੀ ਕਰ ਦਿੱਤਾ ਕਿ 10 ਲੱਖ ਵੀਜ਼ਾ ਅਸੀਂ ਭਾਰਤੀਆਂ ਨੂੰ ਦੇਵਾਂਗੇ, ਕਿਉਂਕਿ ਬਾਈਡਨ ਸਾਹਿਬ ਨੇ ਕਿਹਾ ਸੀਗਾ ਕਿ ਇੱਥੇ ਲੇਬਰ ਦੀ ਵੀ ਘਾਟ ਹੈ ਔਰ ਇੱਥੇ ਜਵਾਨ ਮੁੰਡੇ ਜਿਹੜੇ ਉਹਨਾਂ ਦੀ ਵੀ ਥੋੜ੍ਹੀ ਜਿਹੀ ਘਾਟ ਹੈ, ਕਿਉਂਕਿ ਇਹਨਾਂ ਕੋਲ ਜਿਹੜੀ ਨਫਰੀ ਆ, ਸਟਰੈਂਥ ਬਹੁਤ ਘੱਟ ਹੈ, ਪਾਪੂਲੇਸ਼ਨ ਬਹੁਤ ਥੋੜ੍ਹੀ ਉਹਨਾਂ ਕੋਲ ਤੇ ਧਰਤੀ ਬੇਸ਼ੁਮਾਰ ਉਹਨਾਂ ਕੋਲ। ਤਾਂ ਉਹਨਾਂ ਨੇ ਕਿਹਾ ਕਿ ਕੁਝ ਤਾਂ ਐਗਰੀਕਲਚਰ ਨੂੰ ਪ੍ਰਮੋਟ ਕਰਾਂਗੇ, ਕੁਛ ਉਹਦੇ ਨਾਲ ਬਿਜ਼ਨਸ ਜਿਹੜੇ ਹੈਗੇ ਵਹੀਕਲ ਦੇ ਵੀ ਔਰ ਉਹਦੇ ਵੀ ਨਾਲ ਲੱਗਦੇ ਜਿਹੜੇ ਐਜੂਕੇਸ਼ਨ ਨਾਲ ਜਿਹੜੇ ਬਿਜ਼ਨਸ ਆ ਉਹਨਾਂ ਨੂੰ ਪ੍ਰਮੋਟ ਕਰਨ ਲਈ ਅਸੀਂ ਬਾਹਰਲੇ ਦੇਸ਼ਾਂ ਦੀ ਜਿਹੜੀ ਤਾਕਤ ਆ ਉਹਨੂੰ ਵਰਤਣਾ ਚਾਹ ਰਹੇ ਸੀਗੇ। ਪਰ ਖਾਸ ਤੌਰ 'ਤੇ ਪਿਨ ਪੁਆਇੰਟ ਉਹਨਾਂ ਨੇ ਇੰਡੀਆ ਨੂੰ ਕੀਤਾ। ਔਰ ਇਹਦੇ ਵਿੱਚ ਤੁਹਾਨੂੰ ਖੰਨਾ ਜੀ ਸ਼ਾਇਦ ਪਤਾ ਹੋਣਾ ਕਿ ਉਹਨਾਂ ਨੇ ਆਪਣੀ ਐਮਬੈਸੀ ਦੇ ਵਿੱਚ ਜਿੰਨੇ ਵੀ ਲੋਕਾਂ ਦੀ ਰਿਕਰੂਟਮੈਂਟ ਸੀ ਉਹ ਵਧਾ ਦਿੱਤੀ ਹੈ, ਕਿਉਂਕਿ ਉਹਨਾਂ ਕਿਹਾ ਕਿ ਇਹਦੇ ਇਮੀਗ੍ਰੇਸ਼ਨ ਦੇ ਕੰਮ 'ਚ ਤੇਜ਼ੀ ਲਿਆਓ। ਬਾਈਡਨ ਸਾਹਿਬ ਨੇ ਸਿੱਧੇ ਤੌਰ 'ਤੇ ਕਿਹਾ ਸੀਗਾ ਇਮੀਗ੍ਰੇਸ਼ਨ ਨੂੰ ਕਿ ਤੁਸੀਂ ਜਿੰਨੇ ਵੀ ਲੋਕਾਂ ਦੇ ਵੀਜ਼ੇ ਨੇ, ਜਿੰਨੀਆਂ ਐਪਲੀਕੇਸ਼ਨ ਆ ਰਹੀਆਂ, ਉਹਨਾਂ ਨੂੰ ਬਹੁਤੇ ਹਾਰਡ ਤਰੀਕੇ ਨਾਲ ਨਾ ਲਓ, ਜਿਹਦੇ ਵਿੱਚ ਵੀ ਉਹਨਾਂ ਦੇ ਪੁਆਇੰਟ ਬਣਦੇ ਆ, ਜਿਸ ਤਰ੍ਹਾਂ ਉਹ ਆਉਣਾ ਚਾਹੁੰਦੇ ਆ, ਜਿਨ੍ਹਾਂ 'ਚ ਐਲੀਜੀਬਿਲਿਟੀ ਬਣਦੀ ਆ, ਉਹਨਾਂ ਨੂੰ ਲਟਕਾਓ ਨਾ ਔਰ ਉਸੇ ਵੇਲੇ ਡਿਸੀਜਨ ਦੇ ਕੇ ਉਹਨਾਂ ਨੂੰ ਬੁਲਾਓ। ਇਸ ਕੰਮ ਦੀ ਤੇਜ਼ੀ ਵਿੱਚ ਆਉਣ ਨਾਲ ਪੰਜਾਬ ਵਿੱਚੋਂ ਖਾਸ ਤੌਰ 'ਤੇ ਮੁੰਡੇ ਤਤਪਰ ਹੋ ਗਏ ਜਾਣ ਲਈ। ਉਹਨਾਂ ਦੇ ਪੇਰੈਂਟਸ ਵੀ ਤਿਆਰ ਹੋ ਗਿਆ ਕਿ ਬੱਚਿਆਂ ਨੂੰ ਉਸ ਦੇਸ਼ ਵਿੱਚ ਘਲਾਈਏ ਜਿੱਥੇ ਕੋਈ ਨਸ਼ੇ ਦੀ ਮਾਰ ਵੀ ਘੱਟ ਹੈ ਔਰ ਉੱਥੇ ਇਕੋਨਮੀ ਵੀ ਬਹੁਤ ਦਰੁਸਤ ਹੈਗੀ ਹੈ ਔਰ ਲੋਕ ਪੜ੍ਹਨ ਲਈ ਵੀ ਜਾਂਦੇ ਮੁੰਡੇ, ਔਰ ਉੱਥੇ ਆਪਣਾ ਜੀਵਨ ਦਾ ਅੱਛਾ ਜਿਹੜਾ ਸਟੇਟਸ ਬਣਾਉਣ ਲਈ ਵੀ ਜਾ ਰਹੇ ਆ। ਖਾਸ ਤੌਰ 'ਤੇ ਕੁੜੀਆਂ ਵੀ ਜਾ ਰਹੀਆਂ ਉਹਦੇ ਵਿੱਚ। ਔਰ ਜਿੰਨੇ ਸਾਡੇ ਪ੍ਰਵਾਸੀ ਭਾਰਤੀ ਆ ਉੱਥੇ ਬੈਠੇ ਆ, NRI ਵੀਰ, ਉਹਨਾਂ ਨੂੰ ਪਤਾ ਹੋਣਾ ਹੈ ਕਿ ਕੈਲੀਫੋਰਨੀਆ 'ਚ ਬਹੁਤ ਲੋਕ ਬੈਠੇ, ਸਾਡੇ ਉਹ ਵਾਸ਼ਿੰਗਟਨ ਵਿੱਚ ਬਹੁਤ ਬੈਠੇ ਆ, ਜਿੰਨੇ ਵੀ ਵੱਡੇ ਸਟੇਟ ਨੇ ਉਹਨਾਂ 'ਚ ਸਾਡੇ ਭਾਰਤੀਆਂ ਦੀ ਜਿਹੜੀ ਬਿਜ਼ਨਸ ਦਾ ਕੰਮ ਆ ਬਹੁਤ ਜ਼ਿਆਦਾ ਵੱਧ ਰਿਹਾ। ਔਰ ਹਾਂ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਲੋਕ ਗਏ ਆ। ਇੱਥੋਂ ਤੱਕ ਐਗਰੀਕਲਚਰ ਲੈਂਡ ਬਹੁਤ ਅਕਵਾਇਰ ਕੀਤੀ ਇਹਨਾਂ ਨੇ, ਖਰੀਦੀ ਆ, ਜਿਸ 'ਚ ਬਾਟ ਫੈਮਿਲੀ ਆ ਜਿਨ੍ਹਾਂ ਦੇ ਔਰਚਰਡ ਹੀ ਬਹੁਤ ਅੱਛੇ ਆ ਔਰ ਉਹਦੇ ਵਿੱਚ ਡਰਾਈ ਫਰੂਟ ਵੀ ਹੈਗਾ ਉਹਨਾਂ ਦਾ, ਉਹਦੇ ਵਿੱਚ ਬਗੀਚੇ ਵੀ ਆ, ਉਹਨਾਂ ਦੇ ਫਲਾਵਰ ਜਿਹੜਾ ਫਲੋਰੀਕਲਚਰ ਦਾ ਕੰਮ ਉਹ ਵੀ ਕਰ ਰਹੇ ਹੈਗੇ। ਤੁਹਾਨੂੰ ਪਤਾ ਹੈਗਾ ਕਿ ਜਦੋਂ ਜਿੱਥੇ ਪੰਜਾਬੀ ਚਲੇ ਜਾਂਦੇ ਆ, ਮਿਹਨਤ ਨਾਲ ਆਪਣਾ ਸਾਰੇ ਆਲੇ ਦੁਆਲੇ ਦਾ ਮੂੰਹ ਮਾਂਦਰਾ ਬਦਲ ਦਿੰਦੇ ਆ ਤੇ ਨਾਲ ਦੇ ਪਰਿਵਾਰ ਦਾ ਵੀ ਬਹੁਤ ਕੁਝ ਬਦਲ ਦਿੰਦੇ ਆ, ਕਿਉਂਕਿ ਮਿਹਨਤ ਜਿੱਥੇ ਹੈਗੀ ਉੱਥੇ ਸਭ ਕੁਝ ਹੈਗਾ। ਐਗਜ਼ੈਕਟਲੀ। ਔਰ ਜਿਹੜਾ ਤੁਸੀਂ ਕਿਹਾ ਨਾ, ਪੰਜਾਬੀ ਜਿੱਥੇ ਚਲੇ ਜਾਂਦੇ ਨੇ ਮੂੰਹ ਮਹਾਂਦਰਾ ਬਦਲ ਦਿੰਦੇ ਨੇ, ਹੁਣ ਪੰਜਾਬ ਦਾ ਵੀ ਮੂੰਹ ਮਹਾਂਦਰਾ ਬਦਲ ਦੇਣ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਪਏ ਨੇ, ਕਿਉਂਕਿ ਪੰਜਾਬੀਆਂ ਨੇ ਤਾਂ ਮੂੰਹ ਮਹਾਂਦਰਾ ਬਦਲਣਾ ਹੀ ਹੁੰਦਾ, ਤਾਂ ਪੰਜਾਬ ਦਾ ਵੀ ਬਦਲ ਦਿਓ ਤਾਂ ਇੱਥੇ ਵੀ ਸਭ ਦੇ ਵਾਸਤੇ ਰੋਜ਼ਗਾਰ ਹੋਵੇ, ਸਭ ਕੁਝ ਹੋਵੇ। ਤਾਂ ਇਹ ਵੀ ਇੱਕ ਵਧੀਆ ਹੈ, ਕਿਉਂਕਿ ਸਾਰੇ ਤਾਂ ਅਮਰੀਕਾ ਨਹੀਂ ਨਾ ਜਾ ਸਕਦੇ। ਸਹੀ ਗੱਲ। ਇੱਥੇ ਵੀ ਤਾਂ ਰਹਿਣਗੇ ਲੋਕ, ਬਿਲਕੁਲ। ਉਹਨਾਂ ਵਾਸਤੇ ਮੂੰਹ ਮਹਾਂਦਰਾ ਬਦਲਣਾ ਜ਼ਰੂਰੀ ਹੈ। ਜਿਸ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਦੀਆਂ 2 ਲਾਈਨਾਂ ਵਾ, ਉਹਨਾਂ ਨੇ ਕਿਹਾ ਹੈਗਾ ਕਿ ਭਾਰਤ ਹੈ ਵਾਂਗ ਮੁੰਦਰੀ ਤੇ ਵਿੱਚ ਨਗ ਪੰਜਾਬ ਦਾ, ਹੈ ਨਾ। ਉਹ ਕਹਿੰਦੇ ਚਿਹਰਾ ਮੋਰਾ ਬਦਲਣ ਲਈ ਜਿਹੜਾ ਹੈਗਾ ਤਾਂ ਮੱਥਾ ਉੱਠ ਕੇ ਡੋਲ ਦਿਓ ਪੰਜਾਬ ਦਾ। ਬਿਲਕੁਲ ਜੀ। ਤੇ ਪੰਜਾਬ ਨੂੰ ਇਸ ਤਰ੍ਹਾਂ ਦਾ ਬਣਾ ਦਿਓ ਕਿ ਜਿਸ ਤਰ੍ਹਾਂ ਪੰਜਾਬ ਪਹਿਲਾਂ 47 ਤੋਂ ਪਹਿਲਾਂ ਵੀ ਪੰਜਾਬ ਜਿਹੜਾ ਵਸਦਾ ਸੀਗਾ। ਸਾਡੀ ਬੈਸਟ ਲੈਂਡ ਅਮਰੀਕਾ, ਬੈਸਟ ਲੈਂਡ ਸਾਡੀ ਪਾਕਿਸਤਾਨ ਚਲੀ ਗਈ ਹੈ। ਯੈਸ, ਸਹੀ ਗੱਲ। ਸਾਡਾ ਬਟਵਾਰਾ ਹੋਇਆ ਜਦੋਂ ਹੁਣ ਸਾਡਾ ਜਿਹੜਾ ਬੈਸਟ ਟੈਲੈਂਟ ਹੈ ਉਹ ਅਮਰੀਕਾ ਜਾ ਰਿਹਾ ਹੈ, ਉਹ ਕੈਨੇਡਾ ਜਾ ਰਿਹਾ ਹੈ, ਉਹ ਜਿੱਥੇ ਵੀ ਜਗ੍ਹਾ ਮਿਲ ਰਹੀ ਉੱਥੇ ਜਾ ਰਿਹਾ ਹੈ। ਤਾਂ ਕਿਉਂ ਨਹੀਂ ਪੰਜਾਬ ਵਿੱਚ ਰਹੇ ਤੇ ਪੰਜਾਬ ਨੂੰ ਹੋਰ ਸੋਹਣਾ ਬਣਾਵੇ। ਚਲੋ ਜਿਹੜੇ ਬਾਹਰ ਜਾ ਰਹੇ ਨੇ ਉਹ ਤਾਂ ਜਾ ਹੀ ਰਹੇ ਨੇ, ਜਿਹੜੇ ਇੱਥੇ ਰਹਿ ਰਹੇ ਨੇ ਉਹ ਹੁਣ ਸੋਚਣ। ਸਹੀ ਗੱਲ। ਇਹ ਤੁਹਾਡੀ ਗੱਲ ਤਾਂ ਸਹੀ ਆ, ਕਿਉਂਕਿ ਨਵੀਂ ਸਰਕਾਰ ਆ ਗਈ ਆ, ਨਵੇਂ ਮੁੱਦੇ ਇਹਨਾਂ ਕੋਲ ਔਰ ਨਵੀਂ ਜਿਹੜੀ ਇਹਨਾਂ ਕੋਲ ਸਾਰੀ ਜਿਹੜੀ ਬਿਰਤੀ ਹੈ ਔਰ ਉਹਦੀ ਸੋਚ ਨਾਲ ਇਹਨਾਂ ਨੂੰ ਚਾਹੀਦਾ ਕਿ ਪੰਜਾਬ ਦੇ ਲੋਕਾਂ ਦਾ ਜੀਵਨ ਜਿਹੜਾ ਹੈਗਾ ਉੱਚਾ ਚੁੱਕਣ। ਬਿਲਕੁਲ। ਔਰ ਉਹਦੇ ਵਿੱਚ ਖਾਸ ਤੌਰ 'ਤੇ ਨੌਜਵਾਨ ਆ ਜਿਹੜੇ ਥੋੜ੍ਹੇ ਪਾਸੇ ਜਿਹੜਾ ਮਾਰਗਦਰਸ਼ਨ ਉਹਨਾਂ ਦਾ ਅੱਛਾ ਨਹੀਂ ਹੋਇਆ ਔਰ ਮਿਸਗਾਈਡ ਵੀ ਹੋ ਗਿਆ। ਕਈ ਵਿਚਾਰੇ ਤਾਂ ਨਸ਼ਿਆਂ 'ਚ ਜਾ ਵੜੇ ਆ, ਕਈ ਵਿਚਾਰੇ ਇੱਥੇ ਕਰਜ਼ਾਈ ਹੋ ਗਏ ਆ, ਕਈ ਵਿਚਾਰੇ ਤੰਦਰੁਸਤ ਨਹੀਂ ਹੈਗੇ। ਔਰ ਪੰਜਾਬ ਨੂੰ ਦੁਬਾਰਾ ਨਵੇਂ ਸਿਰੋਂ ਡੋਲਣਾ ਔਰ ਪੰਜਾਬ ਨੂੰ ਤੰਦਰੁਸਤ ਬਣਾਉਣਾ, ਇਹ ਸਿਰਫ ਮੌਕੇ ਦੀ ਹਕੂਮਤ ਹੈ ਜਿਹੜੀ ਇਸ ਵੇਲੇ ਪੰਜਾਬ ਦੀ ਸਰਕਾਰ ਹੈ। ਇਹਨਾਂ ਨੂੰ ਖਾਸ ਤੌਰ 'ਤੇ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ। ਇਹ ਜਿਹੜੇ ਹੈਗੇ ਜਦੋਂ ਬਾਹਰ ਦੇ
ਸੂਬਿਆਂ 'ਚ ਜਾ ਕੇ ਦੌੜੇ ਫਿਰਦੇ ਆ, ਗੁਜਰਾਤ 'ਚ ਚਲੇ ਗਏ ਜੀ, ਮੱਧ ਪ੍ਰਦੇਸ਼ 'ਚ ਚਲੇ ਗਏ ਜੀ, ਉੱਧਰ ਉੱਥੇ ਜਾ ਕੇ ਤਾਂ ਬੜਾ ਦੱਸਦੇ ਆ ਕਿ ਅਸੀਂ ਬੜਾ ਕੁਝ ਕਰ ਲਿਆ, ਪੰਜਾਬ ਲਈ ਬਹੁਤ ਕੁਝ ਹੋ ਗਿਆ, ਪਰ ਪ੍ਰੈਕਟੀਕਲੀ ਵਿਵਹਾਰਕ ਤੌਰ ਤੇ ਉਹਨਾਂ ਕੁਝ ਨਹੀਂ ਹੋਇਆ ਜਿੰਨਾ ਪੰਜਾਬੀ ਚਾਹ ਰਹੇ ਆ। ਐਗਜ਼ੈਕਟਲੀ। ਹੁਣ ਆਪਾਂ ਅੱਗੇ ਵਧਦੇ ਹਾਂ ਜੀ। ਰੂਸ ਯੂਕਰੇਨ ਦੀ ਜਿਹੜੀ ਜੰਗ ਹੈ ਉਹ ਖਤਰਨਾਕ ਮੋੜ ਤੇ ਹੈ, ਔਰ ਸ਼ੀ ਜਿਨਪਿੰਗ ਜਿਹੜੇ ਚਾਈਨਾ ਦੇ ਪ੍ਰੈਜ਼ੀਡੈਂਟ ਨੇ ਉਹ ਇਹਦੇ ਵਿੱਚ ਕੋਈ ਖਾਸ ਰੋਲ ਅਦਾ ਕਰ ਰਹੇ ਨੇ। ਉਹਨਾਂ ਦਾ ਤੀਜੀ ਵਾਰੀ ਆਉਣਾ ਜਿਹੜਾ ਬੜਾ ਹੈਰਾਨੀਜਨਕ ਹੈਗਾ। ਇਹਦੇ ਵਿੱਚ ਇਹਨਾਂ ਨੂੰ ਇਹ ਲੱਗਿਆ ਕਿ ਰਸ਼ੀਆ ਤੇ ਚਾਈਨਾ ਦਾ ਜਿਹੜਾ ਹੈਗਾ ਆਪਸੀ ਗੱਠਜੋੜ, ਇਹ ਬੜਾ ਤਕੜਾ ਗੱਠਜੋੜ ਹੈਗਾ, ਔਰ ਇਹਦਾ ਤੇ ਮਾੜਾ ਪ੍ਰਭਾਵ ਕਿਹਦੇ ਤੇ ਪੈਣਾ, ਇਹਦੇ ਆਉਣ ਨਾਲ, ਸ਼ੀ ਜਿਨਪਿੰਗ ਦੇ ਆਉਣ ਨਾਲ ਇਹ ਮਾੜਾ ਪ੍ਰਭਾਵ ਪਏਗਾ ਯੂਕਰੇਨ ਤੇ। ਯੂਕਰੇਨ ਦੇ ਵਿੱਚ ਇਸ ਵੇਲੇ ਲੜਾਈ ਇੰਨੀ ਜ਼ਿਆਦਾ ਮੱਗ ਗਈ ਹੈਗੀ ਆ, ਜਿੱਥੇ ਮਿਸਾਈਲਾਂ ਵੀ ਚੱਲ ਰਹੀਆਂ, ਜਿੱਥੇ ਬੰਬਾਰਮੈਂਟ ਵੀ ਹੋ ਰਹੀ ਹੈ, ਜਿੱਥੇ ਬੱਚੇ ਵੀ ਤੰਗ ਹੈਗੇ, ਬਜ਼ੁਰਗ ਵੀ ਤੰਗ ਹੈਗੇ ਆ, ਨੌਜਵਾਨ ਤੇ ਔਰਤਾਂ ਖਾਸ ਤੌਰ ਤੇ ਤੰਗ ਹੈਗੇ ਆ। ਜਿਸ ਦੇਸ਼ ਵਿੱਚ ਖੰਨਾ ਦੀ ਲੜਾਈ ਹੋਵੇ ਉੱਥੇ ਤੁਸੀਂ ਚੱਜ ਨਾਲ ਸੌ ਨਹੀਂ ਸਕਦੇ ਤੇ ਚੱਜ ਨਾਲ ਢਿੱਡ ਭਰ ਕੇ ਰੋਟੀ ਨਹੀਂ ਖਾ ਸਕਦੇ, ਪਰ ਤੁਹਾਨੂੰ ਪਤਾ ਨਹੀਂ ਕਿਹੜੇ ਵੇਲੇ ਏਰੋ ਅਟੈਕ ਹੋਣਾ, ਜਹਾਜ਼ ਆ ਜਾਣੇ ਆ, ਉੱਥੇ ਤੁਹਾਡੇ ਤੇ ਬੰਬਾਰਮੈਂਟ ਹੋ ਜਾਣੀ ਹੈ। ਕਿਸ ਏਰੀਏ 'ਚ ਤੁਸੀਂ ਲੁਕੋਗੇ, ਕਿਉਂਕਿ ਅੱਜ ਕੱਲ੍ਹ ਜ਼ਮੀਨੀ ਲੜਾਈ ਨਹੀਂ ਹੈਗੀ ਕਿ ਤੁਸੀਂ ਅੱਗੇ ਵਧੋਗੇ ਤੇ ਜਾ ਕੇ ਉਹਨਾਂ ਤੇ ਗੋਲੀ ਚਲਾਓਗੇ, ਇਹ ਉੱਪਰੋਂ ਬੰਬਾਰਮੈਂਟ ਹੁੰਦੀ ਹੈ, ਪਤਾ ਨਹੀਂ ਕਿਹੜੇ ਵੇਲੇ ਜਹਾਜ਼ ਆ ਜਾਂਦੇ ਆ। ਰਸ਼ੀਆ ਜਿਹੜਾ ਹੈਗਾ ਪਾਵਰਫੁਲ ਹੈਗਾ, ਔਰ ਇਹਦੇ ਕੋਲ ਇੰਨਾ ਜ਼ਿਆਦਾ ਏਰੀਆ ਹੈਗਾ, ਵਰਲਡ ਦਾ ਸਭ ਤੋਂ ਜਿਹੜਾ ਹੈਗਾ ਏਰੀਆ ਦੇ ਲਿਹਾਜ਼ ਨਾਲ, ਖੇਤਰਫਲ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਦੇਸ਼ ਹੈ। ਫਿਰ ਵੀ ਉਹਦਾ ਢਿੱਡ ਨਹੀਂ ਭਰਦਾ, ਫਿਰ ਵੀ ਉਹ ਕਹਿ ਰਿਹਾ ਕਿ ਮੈਂ ਬਾਹਰਲੇ ਦੂਜੇ ਹੋਰ ਵੀ ਸੂਬੇ, ਹੋਰ ਵੀ ਜਿਹੜੇ ਸਟੇਟ ਆ ਜਾਂ ਕੰਟਰੀ ਹੈ, ਉਹਨਾਂ ਨੂੰ ਆਪਣੇ ਦੇਸ਼ ਵਿੱਚ ਸ਼ਾਮਲ ਕਰ ਲਾਂ। ਅਸਲ ਮੁੱਦਾ ਇਹਨਾਂ ਦਾ ਇਹੀ ਹੈ ਕਿ ਯੂਕਰੇਨ ਦਾ ਜਿਹੜਾ ਏਰੀਆ ਉਹਦੇ ਤੇ ਰਾਜ ਅਸੀਂ ਕਰੀਏ, ਜਿਹਦੀ ਹਮਾਇਤ ਲਈ ਅਮਰੀਕਾ ਉੱਠਿਆ। ਅਮਰੀਕਾ ਨੇ ਇਹਨਾਂ ਨੂੰ ਕਾਫੀ ਕੁਝ ਦਿੱਤਾ ਵੀ ਹੈਗਾ, ਪਰ ਅਮਰੀਕਾ ਇੱਥੇ ਆ ਕੇ ਥੋੜ੍ਹਾ ਜਿਹਾ ਮੂੰਹ ਮੋੜ ਗਿਆ। ਇਸ ਕਰਕੇ ਜਿਹੜਾ ਚਾਈਨਾ ਉਹਦੀ ਹਮਾਇਤ ਲਈ ਆ ਗਿਆ, ਉੱਧਰੋਂ ਬਾਕੀ ਜਿਹੜੇ ਹੈਗੇ ਆ ਯੂਰਪੀਅਨ ਕੰਟਰੀ ਆ ਉਹ ਦੂਜੇ ਪਾਸੇ ਹਮਾਇਤ ਕਰ ਰਹੇ ਆ। ਜਿਹੜੇ ਇਹ ਦੋ ਤਿੰਨ ਨਾਟੋ ਜਿਹੜੇ ਇਸ ਤਰ੍ਹਾਂ ਦੇ ਕੰਟਰੀ ਇਕੱਠੇ ਹੋ ਕੇ ਆਪੋ ਵਿੱਚ ਗਰੁੱਪਿਜ਼ਮ ਬਣਾ ਲਿਆ, ਜਿਹਦੇ ਵਿੱਚ ਇਹਨਾਂ ਨੇ ਆਪਣੇ ਗਰੁੱਪ ਬਣਾ ਕੇ ਤੇ ਨੁਕਸਾਨ ਕਿਹਨੂੰ ਪਹੁੰਚਾ ਰਹੇ ਆ, ਯੂਕਰੇਨ ਨੂੰ। ਯੂਕਰੇਨ ਦੀ ਧਰਤੀ ਇਸ ਵੇਲੇ ਪੂਰੀ ਲਹੂ ਲੁਹਾਨ ਹੋਈ ਪਈ ਹੈ, ਔਰ ਉਹਨੂੰ ਦੁਬਾਰਾ ਤੰਦਰੁਸਤ ਕਰਨ ਲਈ, ਦੁਬਾਰਾ ਉਹਦਾ ਇਲਾਜ ਕਰਨ ਲਈ ਯੂਐਨਓ ਨੂੰ ਯੋਗਦਾਨ ਪਾਉਣਾ ਚਾਹੀਦਾ। ਯੂਐਨਓ ਐਕਚੁਅਲੀ ਉਹ ਰੋਲ ਅਦਾ ਨਹੀਂ ਕਰ ਪਾ ਰਿਹਾ ਜੋ ਉਹਨੂੰ ਕਰਨਾ ਚਾਹੀਦਾ। ਸਹੀ ਗੱਲ, ਕਿਉਂਕਿ ਇਹ ਇੱਥੇ ਦੇਖਿਆ ਜਾ ਰਿਹਾ ਕਿ ਰਸ਼ੀਆ ਨੂੰ ਕਮਜ਼ੋਰ ਕਰਨਾ ਹੈ ਔਰ ਯੂਕਰੇਨ ਨੂੰ ਵਰਤਿਆ ਜਾ ਰਿਹਾ। ਔਰ ਜੇ ਯੂਐਨਓ ਦੀ ਗੱਲ ਕਰੋ ਤਾਂ ਯੂਐਨਓ ਤਾਂ ਜਦੋਂ ਆਪਾਂ ਗੱਲ ਕਰਦੇ ਹਾਂ ਫਿਲਿਸਤੀਨ ਦੇ ਮਾਮਲੇ ਦੀ, ਇਜ਼ਰਾਈਲ ਦੇ ਮਾਮਲੇ ਦੀ, ਉੱਥੇ ਵੀ ਉਹ ਕੋਈ ਸ਼ਾਂਤੀ ਸਥਾਪਨਾ ਦੇ ਵਿੱਚ ਸਫਲ ਨਹੀਂ ਹੋ ਸਕਿਆ। ਇਹ ਐਕਚੁਅਲੀ ਕਿਹਾ ਜਾਂਦਾ ਹੈ ਕਿ ਕੋਈ ਇੰਟਰਨਲ ਪੋਲਿਟਿਕਸ ਇਦਾਂ ਦੇ ਨੇ ਕਿ ਹਰ ਕੰਟਰੀ ਚਾਹੁੰਦੀ ਹੈ ਕਿ ਸਾਡੀ ਇੱਕ ਉੱਚੀ ਪਾਵਰ ਬਣੀ ਰਹੇ। ਉਸ ਵਾਸਤੇ ਥਾਂ ਥਾਂ ਦੇ ਉੱਤੇ ਜੇ ਗੜਬੜ ਨਹੀਂ ਹੋਏਗੀ ਤਾਂ ਉਹਨਾਂ ਨੂੰ ਆਪਣੀ ਪਾਵਰ ਇਸਤੇਮਾਲ ਕਰਨ ਦਾ, ਪਾਵਰ ਦਿਖਾਉਣ ਦਾ ਮੌਕਾ ਨਹੀਂ ਮਿਲੇਗਾ। ਇਸ ਕਰਕੇ ਜਾਣਬੁੱਝ ਕੇ ਗੜਬੜ ਪੈਦਾ ਕੀਤੀ ਜਾਂਦੀ ਹੈ ਵਰਲਡ ਲੀਡਰਸ ਬਣਨ ਵਾਸਤੇ, ਔਰ ਆਪੇ ਗੜਬੜ ਕਰੋ ਔਰ ਆਪੇ ਉੱਥੇ ਸ਼ਾਂਤੀ ਸਥਾਪਨਾ ਵਾਸਤੇ ਪਹੁੰਚ ਜਾਓ। ਇਹ ਕੁਝ ਇੰਟਰਨਲ ਪੋਲਿਟਿਕਸ ਨੇ, ਬੜੇ ਕੰਪਲਿਕੇਟਡ ਮਾਮਲੇ ਨੇ। ਤਾਂ ਇਹਦੇ ਵਾਸਤੇ ਇਹ ਹੈ ਕਿ ਅਸੀਂ ਇੱਕ ਸਿੰਪਲ ਸਿੰਪਥੀ ਇਹ ਦੇ ਸਕਦੇ ਹਾਂ ਕਿ ਜਿਹੜੇ ਲੋਕਾਂ ਦੀ ਜਾਨ ਜਾ ਰਹੀ ਹੈ, ਜਿਹੜੇ ਪਰਿਵਾਰ ਤਬਾਹ ਹੋ ਰਹੇ ਨੇ, ਜਾਇਦਾਦਾਂ ਤਬਾਹ ਹੋ ਰਹੀਆਂ ਨੇ, ਇੰਨੇ ਪਿਆਰ ਨਾਲ ਜਿਨ੍ਹਾਂ ਨੇ ਘਰ ਪਰਿਵਾਰ ਉੱਥੇ ਬਣਾਏ ਉਹ ਤਬਾਹ ਹੋ ਰਹੇ ਨੇ, ਉਹਨਾਂ ਨਾਲ ਸਾਡੀ ਸਿੰਪਥੀ ਹੈ। ਇਹ ਤਾਂ ਡਰਟੀ ਪੋਲਿਟਿਕਸ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ, ਚਾਹੇ ਫਸਟ ਵਰਲਡ ਵਾਰ ਦੇਖ ਲਓ, ਚਾਹੇ ਸੈਕੰਡ ਵਰਲਡ ਵਾਰ ਦੇਖ ਲਓ, ਵੀਅਤਨਾਮ ਵਾਰ ਦੇਖ ਲਓ, ਤੁਸੀਂ ਹਰ ਥਾਂ ਤੇ ਦੇਖ ਸਕਦੇ ਹੋ। ਔਰ ਹਜ਼ਾਰਾਂ ਸਾਲ ਪੁਰਾਣੇ ਮਾਮਲੇ ਨੇ ਜਿਹੜੇ ਕੰਪਲਿਕੇਟਡ ਹੋਏ ਹੋਏ ਨੇ, ਔਰ ਅੱਜ ਦੀਆਂ ਜਨਰੇਸ਼ਨਸ ਉਹ ਭੁਗਤਦੀਆਂ ਪਈਆਂ ਨੇ। ਹੋ ਸਕਦਾ ਆਉਣ ਵਾਲੀਆਂ ਜਨਰੇਸ਼ਨਸ ਵੀ ਭੁਗਤਣ ਇਹਨਾਂ ਦੇ ਨਤੀਜੇ, ਕਿਉਂਕਿ ਹੀਰੋਸ਼ੀਮਾ ਨਾਗਾਸਾਕੀ ਦਾ ਨਤੀਜਾ ਅੱਜ ਤੱਕ ਅਸੀਂ ਭੁਗਤਦੇ ਪਏ ਹਾਂ। ਸੋ ਇਹ ਬਹੁਤ ਡਰਟੀ ਪੋਲਿਟਿਕਸ ਦੇ ਮਾੜੇ ਨਤੀਜੇ ਨੇ, ਔਰ ਇਹਨਾਂ ਵਾਸਤੇ ਸਿਰਫ ਆਪਣੀ ਪਾਵਰ ਨੂੰ ਹੀ ਕੈਲਕੂਲੇਟ ਕਰਨਾ ਸਭ ਕੁਝ ਹੁੰਦਾ ਹੈ। ਇਹਨਾਂ ਵਾਸਤੇ ਦੂਸਰੇ ਦੀ ਜ਼ਿੰਦਗੀ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਪਹਿਲਾਂ ਵੀ ਤੇ ਹੁਣ ਵੀ, ਜੇ ਅਸੀਂ ਵਰਲਡ ਵਾਰ ਦੀ ਤੁਸੀਂ ਗੱਲ ਕੀਤੀ ਆ, ਜਦੋਂ ਵੀ ਵਰਲਡ ਵਾਰ ਹੋਈਆਂ ਉਹਨਾਂ ਵਰਲਡ ਵਾਰ ਦੇ ਵਿੱਚ ਸਭ ਤੋਂ ਪਹਿਲਾਂ ਮੋਹਰੀ ਕੌਣ ਹੋਏ ਆ, ਜਿਹੜੇ ਸੁਪਰ ਕੰਟਰੀ ਨੇ, ਜਿਹੜੇ ਪਾਵਰਫੁਲ ਕੰਟਰੀ ਆ। ਤੇ ਹੁਣ ਵੀ ਉਹੀ ਮੱਗ ਗਿਆ ਮਸਲਾ, ਇਸ ਤਰ੍ਹਾਂ ਮੱਗ ਗਿਆ ਕਿ ਜਿਹਦੇ ਵਿੱਚ ਹੁਣ ਅਮਰੀਕਾ ਫਿਰ ਉਹਨਾਂ ਦੀ ਪਿੱਠ ਦੇ ਪਿੱਛੇ ਆ। ਪਰ ਅਮਰੀਕਾ ਨੂੰ ਜਿਹੜੀ ਵੱਡੀ ਉਦਾਹਰਨ ਤਾਂ ਜਦੋਂ ਤੋਂ ਦੌੜਨ ਦੀ ਉਦਾਹਰਨ ਬਣੀ ਆ ਉਹ ਅਫਗਾਨਿਸਤਾਨ 'ਚ 2 ਵਾਰੀ ਇਹਨਾਂ ਨੇ ਐਂਟਰੀ ਕੀਤੀ ਆ। ਐਂਟਰੀ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਹਥਿਆ ਲਵਾਂਗੇ, ਇਹਦਾ ਸਾਰਾ ਏਰੀਆ ਸਾਡੇ ਕਬਜ਼ੇ 'ਚ ਆ ਜਾਊਗਾ। ਤਾਲਿਬਾਨ ਉੱਠੇ ਉੱਥੇ, ਤਾਲਿਬਾਨ ਜਿਹੜੀ ਉੱਥੋਂ ਦੀ ਬਹੁਤ ਵੱਡੀ ਇੱਕ ਕੌਮੀ ਜਿਹੜੀ ਉੱਥੋਂ ਦੀ ਏਜੰਸੀ ਆ, ਉਹਨਾਂ ਨੇ ਉੱਠ ਕੇ ਐਸਾ ਹਮਲਾ ਮਾਰਿਆ, ਉਹਨਾਂ ਸਾਰਾ ਰਾਜ ਭਾਗ ਆਪ ਹਥਿਆ ਲਿਆ। ਅੱਜ ਜਿਹੜਾ ਰਾਜ ਕਰ ਰਹੇ ਆ ਤਾਲਿਬਾਨ ਆ ਉੱਥੇ, ਔਰ ਤਾਲਿਬਾਨ ਦੇ ਨਾਲ ਭਾਵੇਂ ਉੱਥੋਂ ਦੀ ਹਕੂਮਤ ਜਾਂ ਉੱਥੋਂ ਦੇ ਲੋਕ ਥੋੜ੍ਹੇ ਨਾਰਾਜ਼ ਵੀ ਹੈਗੇ ਆ, ਜਦੋਂ ਕਿ ਉਹਨਾਂ ਨੇ ਕੁੜੀਆਂ ਦੀ ਪੜ੍ਹਾਈ ਬੰਦ ਕਰ ਦਿੱਤੀ ਸੀ, ਯੂਨੀਵਰਸਿਟੀਆਂ ਕਾਲਜ ਬੰਦ ਕਰ ਦਿੱਤੇ ਸੀਗੇ। ਪਰ ਫਿਰ ਵੀ ਮੌਕੇ ਦੀ ਹਕੂਮਤ ਉਹਨਾਂ ਦੀ ਆਪਣੀ ਆ ਨਾ, ਕੋਈ ਬਾਹਰਲਾ ਦੇਸ਼ ਤਾਂ ਨਹੀਂ ਉੱਚ ਬੈਠਾ, ਉਹਨਾਂ ਨੇ ਇਹਨਾਂ ਨੂੰ ਭਜਾ ਦਿੱਤਾ, ਕਿਉਂਕਿ ਇਹ ਜ਼ਮੀਨੀ ਲੜਾਈ ਲੜਨ ਦੇ ਯੋਗ ਨਹੀਂ। ਉਹਨਾਂ ਦੇ ਮੋਟਰ ਗਨਾਂ ਮੋਢਿਆਂ 'ਤੇ ਰੱਖੀਆਂ, ਕੁੜੀਆਂ ਵੀ ਚਲਾ ਰਹੀਆਂ, ਮੁੰਡੇ ਵੀ ਚਲਾ ਰਹੇ ਆ, ਬੁੜੇ ਵੀ ਚਲਾ ਰਹੇ ਆ, ਔਰ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਭਜਾਇਆ।
ਉਦੋਂ ਬਾਅਦ ਇਹ ਹਾਰ ਖਾ ਕੇ ਫਿਰ ਰਸ਼ੀਆ ਵੀ ਗਿਆ ਉੱਥੇ, ਰਸ਼ੀਆ ਦੇ ਨਾਲ ਵੀ ਉੱਥੇ ਉਹਨਾਂ ਦਾ ਬਹੁਤ ਲੜਾਈ ਰਹੀ ਆ, ਪਰ ਫਿਰ ਵੀ ਉਹਨਾਂ ਨੇ ਕਦੇ ਵੀ ਕਿਸੇ ਬਾਹਰਲੇ ਜਿਹੜੇ ਵੀ ਹਕੂਮਤਾਂ ਨੂੰ ਟਿਕਣ ਨਹੀਂ ਦਿੱਤੇ, ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ। ਇਸੇ ਤਰ੍ਹਾਂ ਜੇ ਅਸੀਂ ਉਹਨਾਂ ਦੇ ਨਾਲ ਹੀ ਲੱਗਦੇ ਹਾਂ, ਅਫਗਾਨਿਸਤਾਨ, ਫਿਰ ਪਾਕਿਸਤਾਨ, ਫਿਰ ਇੰਡੀਆ ਵਿੱਚ ਵੀ ਜੇ ਅਸੀਂ ਰਹੇ ਹਾਂ ਤਾਂ ਬਾਹਰਲੀਆਂ ਹਕੂਮਤਾਂ ਤੇ ਸਾਡੇ ਤੇ ਬਹੁਤ ਰਾਜ ਕੀਤਾ। ਆਖਰੀ ਜਿਹੜਾ ਐਂਡ ਤੇ ਜਾ ਕੇ ਅਸੀਂ ਕਿਹਨਾਂ ਕੋ ਜਿਹੜੇ ਆ ਕਾਬਜ਼ ਹੋਇਆ, ਜਿਨ੍ਹਾਂ ਨੇ ਸਾਡੇ ਤੇ ਰਾਜ ਕੀਤਾ, ਉਹ ਬ੍ਰਿਟਿਸ਼ ਜਿਹੜੇ ਆ ਰੂਲਰ ਆ, ਉਹਨਾਂ ਨੇ ਸਾਡੇ ਤੇ ਰਾਜ ਕੀਤਾ। 300 ਸਾਲ ਤੱਕ ਤਾਂ ਨਿਕਲੇ ਨਹੀਂ, ਪਰ ਜਿਹੜੇ ਲੜਾਕੂ ਹੁੰਦੇ ਆ ਉਹ ਆਪਣੇ ਤੇ ਰਾਜ ਕਰਨਾ ਨਹੀਂ ਦਿੰਦੇ। ਪੰਜਾਬ ਨੇ ਪਹਿਲਾਂ ਤਾਂ ਮਹਾਰਾਜਾ ਰਣਜੀਤ ਸਿੰਘ ਸੀ, ਮਹਾਰਾਜਾ ਰਣਜੀਤ ਸਿੰਘ ਨੇ ਰੋਕ ਰੱਖਿਆ, ਉਹਨਾਂ ਨੂੰ ਸਤਲੁਜ ਨਹੀਂ ਪਾਰ ਕਰਨ ਦਿੱਤਾ। ਉਹਨਾਂ ਦੀ ਸੰਧੀ ਸੀ ਕਿ ਅਸੀਂ ਸਤਲੁਜ ਪਾਰ ਕਰਕੇ ਅੰਦਰ ਨਹੀਂ ਆਵਾਂਗੇ, ਪਰ ਉਦੋਂ ਬਾਅਦ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਅੱਖਾਂ ਮੀਟ ਗਏ, ਅੰਗਰੇਜ਼ ਆ ਗਏ। ਅੰਗਰੇਜ਼ਾਂ ਦੇ ਨਾਲ ਕੌਣ ਰਲ ਗਏ? ਡੋਗਰਿਆਂ ਨਾਲ ਧਿਆਨ ਸਿੰਘ, ਗੁਲਾਬ ਸਿੰਘ ਡੋਗਰੇ ਉਹਨਾਂ ਦਾ ਨਾਂ ਹੈਗੇ ਆ, ਜਿਹੜੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਰਹੇ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ। ਉਹਨਾਂ ਨੇ ਸਾਰੀ ਵੱਡ ਫਟ ਕਰਕੇ ਪੰਜਾਬ ਨੂੰ ਫਿਰ ਗੁਲਾਮ ਬਣਾ ਦਿੱਤਾ। ਪਰ ਪੰਜਾਬੀ ਫਿਰ ਉੱਠੇ, ਫਿਰ ਭਗਤ ਸਿੰਘ ਹੋਣੀ, ਰਾਜਗੁਰੂ ਸੁਖਦੇਵ ਹੋਣੀ ਉੱਠੇ, ਉਹਨਾਂ ਨੇ ਫਿਰ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਫਿਰ ਦੇਸ਼ ਨੂੰ ਆਜ਼ਾਦ ਕਰਾ ਦਿੱਤਾ। ਅੱਜ ਉਹੀ ਹਾਲ ਫਿਰ ਯੂਕਰੇਨ 'ਚ ਹੋ ਰਿਹਾ, ਉਹੀ ਰਸ਼ੀਆ ਉਹਨਾਂ 'ਤੇ ਹਾਵੀ ਹੋਇਆ। ਬੇਸਿਕਲੀ ਜਿਹੜੀ ਖੋਟੀ ਨੀਤ ਹੁੰਦੀ ਬਾਹਰਲੇ ਦੂਸਰੀ ਸੁਪਰ ਪਾਵਰਾਂ ਦੀ, ਉਹੀ ਜਿਹੜੀ ਹੈ ਸਾਰਾ ਇਸ ਵੇਲੇ ਘਮਸਾਨ ਦਾ ਯੁੱਧ ਜਿਹੜਾ ਯੂਕਰੇਨ 'ਚ ਹੋ ਰਿਹਾ, ਸਿਰਫ ਉਹਦਾ ਕਬਜ਼ਾ ਲੈਣ ਲਈ, ਉੱਥੋਂ ਦੇ ਆਪਣਾ ਰਾਜ ਕਰਨ ਲਈ ਰਸ਼ੀਆ ਚਾਹ ਰਿਹਾ ਸੀ ਕਿ ਮੇਰਾ ਇੱਕ ਵੱਡਾ ਹਿੱਸਾ ਬਣ ਜੇ। ਜਿਸ ਤਰ੍ਹਾਂ 1971 'ਚ ਅਸੀਂ ਬੰਗਲਾਦੇਸ਼ ਪਾਕਿਸਤਾਨ ਦੇ ਹੱਥੋਂ ਛੁਡਵਾ ਦਿੱਤਾ ਸੀ, ਉਦੋਂ ਇੰਦਰਾ ਗਾਂਧੀ ਦਾ ਰਾਜ ਸੀਗੇ, ਉਹ ਪ੍ਰਧਾਨ ਮੰਤਰੀ ਸੀਗੇ, ਅਤੇ ਉਹਦੇ 'ਚ ਜਨਰਲ ਨਿਆਜੀ ਸੀਗੇ ਜਿਹੜੇ ਉੱਥੋਂ ਦੇ ਕਮਾਂਡਰ ਸੀਗੇ, ਅਤੇ ਜਗਜੀਤ ਸਿੰਘ ਆਪਣੇ ਕਮਾਂਡਰ ਸੀਗੇ। ਉਹਨਾਂ ਨੇ ਉਹਨਾਂ ਕੋਲ ਸਰੈਂਡਰ ਕਰਵਾ ਲਿਆ, ਔਰ ਉਦੋਂ ਬਾਅਦ ਉਹ ਵੱਖਰਾ ਹੋ ਗਿਆ, ਕਿਉਂਕਿ ਉਹਨਾਂ ਤੋਂ ਦੂਰ ਬਹੁਤ ਸੀਗਾ। ਹਵਾਈ ਜਹਾਜ਼ ਪਾਕਿਸਤਾਨ ਜੇ ਕ੍ਰਾਸ ਕਰਦੇ ਸੀ ਇੰਡੀਆ ਨੂੰ, ਅਤੇ ਤਦ ਬੰਗਲਾਦੇਸ਼ 'ਚ ਜਾਂਦੇ ਸੀ। ਅੱਜ ਕੱਲ੍ਹ ਉਹ ਇੰਡੀਪੈਂਡੈਂਟ ਦੇਸ਼ ਬਣ ਗਿਆ। ਇਹਨਾਂ ਦੀ ਹਕੂਮਤ ਜਿਹੜੀ ਹੁੰਦੀ ਆ, ਵੱਧ ਤੋਂ ਵੱਧ ਹੁੰਦੀ ਹੈ ਕਿ ਅਸੀਂ ਇਹਨੂੰ ਆਪਣੇ ਅੰਦਰ ਰੱਖੀਏ, ਆਪਣੇ ਦੇ ਕਬਜ਼ੇ 'ਚ ਰੱਖੀਏ, ਔਰ ਦੇਸ਼ਾਂ ਦੇ ਦੇਸ਼ ਹੀ ਖਾਣਾ ਚਾਹੁੰਦੇ ਇੱਕ ਦੂਜਾ ਵੱਡਾ ਦੇਸ਼। ਇੰਡੀਆ ਨੇ ਨਹੀਂ ਕੁਝ ਕਿਹਾ ਕਿ ਸਾਡੇ ਨਾਲ ਮਿਲਾ ਦਿਓ, ਇੰਡੀਆ ਨੇ ਕਿਹਾ ਇੰਡੀਪੈਂਡੈਂਟ ਹੈ, ਤੁਸੀਂ ਆਪਣਾ ਰਾਜ ਕਰੋ, ਅਸੀਂ ਆਪਣਾ ਰਾਜ ਕਰਦੇ ਹਾਂ। ਇਹ ਹਕੀਕਤ ਹੈ, ਸੱਚ। ਬਿਲਕੁਲ ਠੀਕ ਗੱਲ ਹੈ। ਚਲੋ ਆਪਾਂ ਅੱਗੇ ਵਧੀਏ ਜੀ। ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਕੇਂਦਰ ਜਿਹੜਾ ਹੈ ਉਹ ਸਰਕਾਰੀ ਕੰਪਨੀਆਂ ਵੇਚ ਰਿਹਾ ਹੈ, ਤੇ ਉਹਦੇ ਵਿੱਚ ਕਾਂਗਰਸ ਦਾ ਵੀ ਇੱਕ ਰੋਲ ਹੈ। ਇਹ ਕੀ ਚੀਜ਼ ਹੈ? ਉਹ ਕਹਿੰਦੇ ਵੀ ਸੇਲ ਕਰ ਰਹੀ। ਅੱਜ ਕੱਲ੍ਹ ਇਹ ਗਏ ਸੀ ਭੋਪਾਲ, ਮੱਧ ਪ੍ਰਦੇਸ਼, ਕਾਂਗਰਸ ਸੇਲ ਕਰ ਰਹੀ। ਉਹਨਾਂ ਨੇ ਕੀਤਾ, ਉਹਨਾਂ ਕਿਹਾ, ਐਗਜ਼ਾਮਪਲ ਦਿੱਤੀਆਂ ਉਹਨੇ ਕਿਹਾ ਕਿ LIC ਨੂੰ ਵੇਚਣ ਲਈ ਤਿਆਰ ਹੋ ਗਏ ਸੀਗੇ, ਰੇਲਵੇ ਦੀਆਂ ਟ੍ਰੇਨ ਬਹੁਤ ਵੇਚੀਆਂ। ਉਹਨੇ ਇੱਥੋਂ ਤੱਕ ਕਹਿਤਾ ਕਿ ਅੱਜ ਕੱਲ੍ਹ ਜੋ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਸੁਸ਼ੋਭਿਤ ਨੇ ਨਰਿੰਦਰ ਮੋਦੀ ਜੀ, ਕਹਿੰਦੇ ਇਹ ਪਹਿਲਾਂ ਕਹਿੰਦੇ ਸੀ ਕਿ ਮੈਂ ਤਾਂ ਚਾਹ ਵੇਚਦਾ ਸਟੇਸ਼ਨਾਂ 'ਤੇ, ਅਤੇ ਕਹਿੰਦੇ ਫਿਰ ਉਹਨਾਂ ਨੇ ਸਟੇਸ਼ਨ ਵੇਚਤੇ, ਏਅਰਪੋਰਟ ਵੇਚਤੀਆਂ, ਸਾਰਾ ਕੁਛ ਕੀਤਾ। ਔਰ ਉਹਦੇ ਵਿੱਚ ਉਹਨਾਂ ਨੇ ਉਦਾਹਰਣਾਂ ਦਿੱਤੀਆਂ ਆਪਣੇ ਸਪੀਚ ਦੇ ਵਿੱਚ। ਕੇਜਰੀਵਾਲ ਸਾਹਿਬ ਵੀ ਉੱਥੇ ਸੀਗੇ ਜਦੋਂ ਭੋਪਾਲ ਗਏ ਆ, ਰੀਸੈਂਟਲੀ ਹੁਣੇ ਹੀ ਬੋਲਿਆ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸਾਰਾ ਕੁਝ ਹਵਾਲੇ ਕਰ ਦਿੱਤਾ ਬਾਕੀ ਜਿਹੜੀਆਂ ਵੇਚਣ ਵਾਲੀਆਂ ਕੰਪਨੀਆਂ, ਅਤੇ ਕੰਪਨੀਆਂ ਦੀ ਸੇਲ ਲਾਤੀ ਕਾਂਗਰਸ ਨੇ। ਕਾਂਗਰਸ ਵਿੱਚ ਵੀ ਕੰਮ ਕਰਦੀ ਰਹੀ, ਕਾਂਗਰਸ ਤੇ ਪਹਿਲੋਂ ਕਰ ਗਈ, ਹੁਣ ਕਾਂਗਰਸ ਕੋਲ ਤਾਂ ਨਹੀਂ ਇੰਨਾ ਕੁਛ ਹੈਗਾ ਸੇਲ ਕਰਨ ਲਈ। ਹੋ ਸਕਦਾ ਕਿ ਉਹਨਾਂ ਦੇ ਵਿੱਚ ਕੁਛ ਨਾ ਕੁਛ ਨੁਮਾਇੰਦੇ ਇਹਨਾਂ ਨਾਲ ਰਲੇ ਹੋਣ, ਪਰ ਉਹਨਾਂ ਦੀ ਕਾਂਗਰਸ ਜਿਹੜਾ ਤੁਸੀਂ ਕਿਹਾ, ਕਾਂਗਰਸ ਵੱਲੋਂ ਤਾਂ ਕੋਈ ਇਸ ਤਰ੍ਹਾਂ ਦੀ ਹਕੂਮਤ ਨਹੀਂ। ਕਾਂਗਰਸ ਨਾ ਤਾਂ ਸੈਂਟਰ 'ਚ ਹੈਗੀ ਹੈ, ਨਾ ਕਿਸੇ ਸਟੇਟ 'ਚ ਹੈਗੀ ਹੈ, ਪੰਜਾਬ 'ਚ ਵੀ ਹੈ ਨਹੀਂ। ਔਰ ਵੇਚਣਾ ਇਹਨਾਂ ਨੇ ਕੀ ਹੈਗਾ? ਇਹ ਇਹਨਾਂ ਦਾ ਆਪਸੀ ਲੜਾਈ ਤਾਂ ਜ਼ਰੂਰ ਰਹੀ ਹੈ, ਇਹਨਾਂ ਦਾ ਆਪਸੀ ਜਿਹੜਾ ਗੁੱਥਮ ਗੁੱਥਾ ਤਾਂ ਜ਼ਰੂਰ ਹੋਇਆ। ਪੰਜਾਬ ਦੇ ਵਿੱਚ ਨਖੇੜਾ ਪੈ ਗਿਆ ਸਾਰਿਆਂ ਦਾ। ਪੰਜਾਬ ਵਿੱਚ ਕੋਈ ਲੀਡਰ ਇਸ ਵੇਲੇ ਕਾਂਗਰਸ ਵਿੱਚ ਸ਼ਾਮਲ ਨਹੀਂ। ਜਿੰਨੇ ਵੀ ਲੀਡਰ ਹੈਗੇ ਆ, ਉਹ ਕੋਈ ਤਾਂ BJP 'ਚ ਚਲੇ ਗਿਆ, ਕੋਈ ਕਿਸੇ ਹੋਰ ਪਾਰਟੀ 'ਚ ਜਾ ਵੜਿਆ, ਔਰ ਇਹਨਾਂ ਦਾ ਆਪਸੀ ਲੜਾਈ ਝਗੜਾ ਜਿਹੜਾ ਇੰਨਾ ਵੱਧ ਗਿਆ ਕਿ ਸਟੇਟ ਦੀ ਜਿਹੜੀ ਆਪਣੀ ਪਾਰਟੀ ਸੀ, ਖੇਤਰੀ ਪਾਰਟੀ, ਉਹਦੇ ਤੋਂ ਵੀ ਮੂੰਹ ਮੋੜ ਬੈਠੇ। ਔਰ ਸੈਂਟਰ 'ਚ ਤੇ ਤੁਹਾਨੂੰ ਪਤਾ ਹੀ ਆ ਕਿ ਰਾਹੁਲ ਗਾਂਧੀ ਜੀ ਕਮਾਂਡ ਕਰ ਰਹੇ ਆ। ਭਾਰਤ ਜੋੜੋ ਯਾਤਰਾ ਜਿਹੜੀ ਉਹਨਾਂ ਨੇ ਕੀਤੀ ਆ, ਉਹਦੇ ਵਿੱਚ ਤਾਂ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਨਗੂਣਾ ਜਿਹਾ ਕੰਮ ਨਹੀਂ ਕੀਤਾ। ਪਰ ਭਗਵੰਤ ਮਾਨ ਨੇ ਜਿਹੜਾ ਇਹ ਬਿਆਨਬਾਜ਼ੀ ਕੀਤੀ ਹੈ, ਇਹਦੇ ਵਿੱਚ ਕਾਂਗਰਸ ਦਾ ਮੇਰਾ ਖਿਆਲ ਹੈ ਕੋਈ ਖਾਸ ਰੋਲ ਨਹੀਂ। ਜੇ ਵੇਚਿਆ ਖੱਟਿਆ ਜੋ ਕੀਤਾ, ਹਕੂਮਤ ਦੇ ਹੱਥ ਹੁੰਦਾ। ਜਿੰਨੇ ਡਿਪਾਰਟਮੈਂਟ ਉਹਨਾਂ ਦੇ ਹੱਥ 'ਚ ਹੈਗਾ, ED ਉਹਨਾਂ ਦੇ ਡਿਪਾਰਟਮੈਂਟ ਆ, CBI ਉਹਨਾਂ ਦੇ ਕੋਲ ਹੈਗਾ, ਇੰਟੈਲੀਜੈਂਸ ਜਿੰਨੀਆਂ ਏਜੰਸੀਆਂ ਉਹਨਾਂ ਦੇ ਕੋਲ ਹੈਗੀਆਂ, ਉਹਦੇ ਦੇ ਨਾਲ ਉਹਨਾਂ ਦਾ ਬਣਦਾ ਹੈਗਾ, ਕਿਉਂਕਿ ਉਹ ਨੌਕਰੀ ਕਰ ਰਹੇ ਇਹਨਾਂ ਦੇ ਅੰਦਰ। ਉਹਨਾਂ ਨੇ ਉਹਨਾਂ ਦਾ ਹੁਕਮ ਮੰਨਣਾ। ਜਿੱਤੇ ਵੀ ਉਹਨਾਂ ਨੇ ਕਹਿਤਾ ਵਿਜੀਲੈਂਸ ਸਟੇਟ ਦੀ ਹੈ, ਜਿੱਤੇ ਭਗਵੰਤ ਮਾਨ ਕਹਿੰਦੇ ਵੀ ਇਹਦੇ 'ਤੇ ਛਾਪਾ ਮਾਰੋ, ਰੇਡ ਕਰੋ, ਉਧਰ ਚਲੇ ਜਾਂਦੇ ਆ, ਉੱਥੇ ਜਾ ਕੇ ਉਹ ਕਰਦੇ ਆ, ਸਾਰਾ ਕੁਝ ਲੱਭਦੇ ਆ, ਜਿਹੜੀ ਪ੍ਰਾਪਰਟੀ ਬਣੀ ਉਹਦਾ ਅੰਦਾਜ਼ਾ ਲਾਉਂਦੇ ਆ, ਫੀਤੇ ਲੈ ਕੇ ਮਿਣ ਦਿੰਦੇ ਆ ਸਾਰਾ ਕੁਝ ਵੀ ਇਹਦੇ ਵਿੱਚ ਕਿੰਨਾ ਜਗ੍ਹਾ ਹੈਗੀ ਹੈ। ਕਈ ਮੰਤਰੀ ਫੜੇ ਆ, ਕਈ ਕੁਝ ਹੋਇਆ। ਔਰ ਇਹਦੇ ਨਾਲ ਹੁਣ ਵੈਦ ਜਿਹੜੇ ਮੰਤਰੀ ਨੇ ਉਹਨਾਂ ਨੂੰ ਇਹਨਾਂ ਨੇ ਕੈਪਚਰ ਕੀਤਾ, ਉਹਦੇ ਵਿੱਚ ਵਿਜੀਲੈਂਸ ਆ ਗਈ। ਇਹ ਕੁਝ ਸਟੇਟ 'ਚ ਹੋ ਰਿਹਾ, ਇਹ ਕੁਝ ਸੈਂਟਰ 'ਚ ਹੋ ਰਿਹਾ। ਔਰ ਇਹਦੇ ਨਾਲ ਜਿਹੜੀ ਬਿਆਨਬਾਜ਼ੀ ਇਹਨਾਂ ਨੇ ਕੀਤੀ ਉੱਥੇ, ਉਹਦੇ 'ਤੇ ਕਈ ਆਲੋਚਨਾ ਵੀ ਲੋਕਾਂ ਦੀ ਹੋਈ ਹੈ, ਕਈ ਉਹਦੇ ਫੇਵਰ 'ਚ ਵੀ ਬੋਲੇ ਆ, ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਇਹਨਾਂ ਨੇ ਇਹ ਦੱਸਿਆ ਕਿ ਮੈਂ ਪੰਜਾਬ ਵਿੱਚ ਆਪ ਬਹੁਤ ਕੁਝ ਕਰ ਆਇਆ।
ਉਹਨਾਂ ਨੇ ਪੁੱਛਿਆ ਵੀ ਲੋਕਾਂ ਨੇ ਕੀ ਕੀਤਾ, ਕਹਿੰਦੇ ਬਿਜਲੀ ਫ੍ਰੀ ਕਰ ਦਿੱਤੀ, ਮੈਂ ਐਜੂਕੇਸ਼ਨ ਦਾ ਸਟੈਂਡਰਡ ਵਧਾਤਾ, ਟੀਚਰ ਪ੍ਰਿੰਸੀਪਲ ਸਾਰੇ ਸਿੰਗਾਪੁਰ ਜਿਹੜੇ ਜਾਣਾ ਚਾਹੁੰਦੇ ਸੀ ਉਹਨਾਂ ਨੇ ਭੇਜਿਆ, ਉੱਥੇ ਸਟੱਡੀ ਲਈ ਗਏ ਆ, ਉਹ ਪਤਾ ਕਰਨਗੇ ਕੀ ਕੁਛ ਹੈਗਾ ਉੱਥੇ ਤੇ ਅਸੀਂ ਕੀ ਪੜ੍ਹਾ ਰਹੇ ਹਾਂ। ਔਰ ਉਹਨਾਂ ਨੇ ਕਿਹਾ ਜਿਹੜਾ ਅਸੀਂ ਮੈਪ ਨਕਸ਼ਾ ਬਣਾਤਾ, ਉਹ ਰੋਡ ਮੈਪ ਬਣਾਤਾ, ਉਹਦੇ ਵਿੱਚ ਸਾਰਾ ਕੁਝ ਪਤਾ ਕਰੋ ਕਿ ਅਸੀਂ ਕੀ ਕੁਛ ਕਰ ਰਹੇ ਹਾਂ। ਪਰ ਉਦੋਂ ਪਹਿਲੋਂ ਦੀਆਂ ਹਕੂਮਤਾਂ ਤੋਂ ਅਸੀਂ ਬਿਹਤਰ ਕੰਮ ਕਰ ਲਿਆ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਿਹਤ ਸੇਵਾਵਾਂ ਇੰਨੀਆਂ ਦੇ ਦਿੱਤੀਆਂ ਉੱਥੇ, ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕਿੱਥੋਂ ਇਲਾਜ ਕਰੀਏ ਤੇ ਕੀ ਕਰੀਏ, ਜਦੋਂ ਕਿ ਸਿਹਤ ਸਹੂਲਤਾਂ ਇੱਦਾਂ ਦੀਆਂ ਹੈਗੀਆਂ ਕਿ ਲੋਕ ਰੋ ਰਹੇ ਆ। ਬਾਕੀ ਇਹ ਜਦੋਂ ਪ੍ਰੈਕਟੀਕਲ ਤੁਸੀਂ ਲੋਕਾਂ ਨੂੰ ਵੇਖੋ, ਜਲੰਧਰ ਦਾ ਜਿਹੜਾ ਸਿਵਲ ਹਸਪਤਾਲ, ਉੱਥੇ ਜੇ ਜਾਣ ਗਏ ਐਕਸਰੇ ਲੈਣ ਲਈ, ਮਸ਼ੀਨਾਂ ਖਰਾਬ ਆ, ਫਿਰ ਕਹਿੰਦੇ ਡਾਕਟਰ ਹੈ ਨਹੀਂ, ਫਿਰ ਉਹਦੇ ਜੋ ਐਮਰਜੈਂਸੀ ਦੇ ਵਿੱਚ ਸਾਨੂੰ ਸ਼ਿਫਟ ਕਰ ਦਿਓ, ਐਮਰਜੈਂਸੀ ਹੈ ਨਹੀਂ, ਜਿੱਥੇ ਕੁਛ ਜਾ ਰਹੇ ਆ, ਪਰ ਪਤਾ ਨਹੀਂ ਸਿਹਤ ਸਹੂਲਤਾਂ ਕਾਹਦੀਆਂ ਹੈਗੀਆਂ, ਡਾਕਟਰ ਤਾਂ ਕੋਈ ਅਵੇਲੇਬਲ ਨਹੀਂ ਹੈਗਾ। ਅਤੇ ਸਿਹਤ ਸਹੂਲਤਾਂ ਕੱਲੀਆਂ ਬਿਲਡਿੰਗਾਂ ਕੀ ਕਰਨਗੀਆਂ, ਇਕੱਲੇ ਬੈਂਚ ਲੱਗੇ ਕੀ ਕਰਨਗੇ, ਮਸ਼ੀਨਾਂ ਜਦੋਂ ਉੱਥੇ ਆਉਣਗੀਆਂ, ਪੇਸ਼ੈਂਟ ਤਾਂ ਆਉਂਦੇ ਆ ਵਿਚਾਰੇ, ਉਹ ਵਿਚਾਰੇ ਉੱਥੇ ਆ ਕੇ ਰੋ ਕੇ ਚਲੇ ਜਾਂਦੇ ਆ। ਜਿਹੜੀਆਂ ਵਿਚਾਰੀਆਂ ਡਿਲੀਵਰੀ ਕਰਨ ਲਈ ਆਉਂਦੀਆਂ, ਬੱਚਾ ਪੈਦਾ ਹੁੰਦਾ, ਉਹਨਾਂ ਦੇ ਲਈ ਮਸ਼ੀਨਾਂ ਹੀ ਹੈ ਨਹੀਂ, ਉਹਨਾਂ ਨੂੰ ਆਖਰੀ ਦਿਨ ਹੁੰਦਾ, ਆਖਰੀ ਦਿਨ 'ਤੇ ਆ ਜਾਂਦੀਆਂ, ਉਹ ਰੋ ਰਹੀਆਂ। ਔਰ ਇਸ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਮੁਹੱਈਆ ਕਰਨਾ, ਇਹ ਲੋਕਾਂ ਤੋਂ ਜਿਹੜੀਆਂ ਪਾਚਨ ਸ਼ਕਤੀ ਤੋਂ ਬਾਹਰ ਦੀ ਗੱਲ ਹੁੰਦੀ। ਬਿਲਕੁਲ ਪਾਚਨ ਸ਼ਕਤੀ ਤੋਂ ਬਾਹਰ ਦੀ ਗੱਲ ਹੈ, ਕਿਉਂਕਿ ਗੇਮ ਕੁਝ ਹੋਰ ਹੈ, ਦਿਖਾਈ ਕੁਝ ਹੋਰ ਜਾਂਦੀ ਹੈ, ਪਬਲਿਕ ਸਭ ਕੁਝ ਸਮਝਦੀ ਹੈ। ਸਹੀ ਗੱਲ। ਚਲੋ ਅੱਗੇ ਵਧੀਏ। ਪਰ ਮੀਡੀਆ ਜਿਹੜਾ ਬੜਾ ਕੁਝ ਕਰ ਰਿਹਾ, ਮੀਡੀਆ ਬੈਲੈਂਸ ਕਰ ਦਿੰਦਾ, ਜਿੱਥੇ ਵੀ ਪ੍ਰਿੰਟ ਮੀਡੀਆ ਜਿੱਥੇ ਇੰਡੀਪੈਂਡੈਂਟ ਹੋਵੇ, ਜਿੱਥੇ ਮੀਡੀਆ ਇੰਡੀਪੈਂਡੈਂਟ ਨਹੀਂ ਹੈ, ਕਈ ਤਰ੍ਹਾਂ ਦੇ ਪ੍ਰੈਸ਼ਰਸ ਦੇ ਵਿੱਚ ਹੈ, ਉੱਥੇ ਫਿਰ ਮੀਡੀਆ ਗੁਣਗਾਨ ਕਰਦਾ ਹੈ। ਜਿਸ ਪਾਰਟੀ ਨੇ ਜਾਂ ਜਿਨ੍ਹਾਂ ਲੋਕਾਂ ਨੇ ਉਹਦੇ ਉੱਤੇ ਪ੍ਰੈਸ਼ਰ ਪਾਇਆ ਹੁੰਦਾ, ਉਹਨਾਂ ਦਾ ਗੁਣਗਾਨ ਕਰਦਾ। ਪਰ ਇੰਡੀਪੈਂਡੈਂਟ ਪਲੇਟਫਾਰਮ, ਇੰਡੀਪੈਂਡੈਂਟ ਮੀਡੀਆ, ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ, ਉਹ ਬਹੁਤ ਘੱਟ ਰਹਿ ਗਿਆ। ਕਿਤੇ ਕਿਤੇ ਤੁਹਾਨੂੰ ਮਿਲੇਗਾ। ਅਸੀਂ ਆਪਣੇ ਐਨਾਲਿਸਿਸ ਦੇ ਵਿੱਚ ਜਿੰਨੀ ਕੋਸ਼ਿਸ਼ ਹੁੰਦੀ ਹੈ, ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਫੈਕਟਸ ਦੇ ਆਧਾਰਿਤ ਹਰ ਗੱਲ ਨੂੰ ਸਾਹਮਣੇ ਰੱਖੀਏ ਕਿ ਆਹ ਫੈਕਟਸ ਨੇ, ਆਹ ਗੱਲ ਹੈ ਤੇ ਆਹ ਬਾਤ ਹੈ, ਔਰ ਆਡੀਅנס ਆਪਣੇ ਵਿਚਾਰ ਸਾਨੂੰ ਇਨਬਾਕਸ ਕਰਨ ਕਿ ਉਹ ਕੀ ਸੋਚਦੇ ਨੇ ਇਸ ਮੈਟਰ ਦੇ ਉੱਤੇ। ਸਾਡੀ ਆਪਣੇ ਪਲੇਟਫਾਰਮ ਤੋਂ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੀਏ। ਸੋ ਅਸੀਂ ਅੱਗੇ ਵਧੀਏ ਜੀ। ਕੋਟਕਪੂਰਾ ਗੋਲੀकांड ਦੇ ਵਿੱਚ ਸਾਰਾ ਭਾਂਡਾ ਭੰਨ ਦਿੱਤਾ ਗਿਆ ਹੈ ਦੋਵੇਂ ਬਾਦਲਾਂ ਦੇ ਸਿਰ ਦੇ ਉੱਤੇ, ਔਰ ਜਿਹੜੀ ਅਰਜ਼ੀ ਸੀ ਉਹ ਵੀ ਖਾਰਿਜ ਕਰ ਦਿੱਤੀ ਗਈ ਹੈ ਜ਼ਮਾਨਤ ਦੀ, ਤੇ ਜਿਹੜੀਆਂ ਇਹਨਾਂ ਨੇ ਨਕਲਾਂ ਵੀ ਮੰਗੀਆਂ ਸੀ, ਉਹ ਵੀ ਨਕਲਾਂ ਦੀ ਕਾਪੀ ਸਪਲਾਈ ਨਹੀਂ ਕੀਤੀ। ਕਹਿੰਦੇ ਕਿ ਜਦੋਂ ਤੱਕ ਅਪੀਅਰ ਨਹੀਂ ਹੋਵੋਗੇ, ਉਸ ਤੋਂ ਬਾਅਦ ਦੀ ਗੱਲ ਹੈ ਕਿ ਤੁਸੀਂ ਜਦੋਂ ਕੋਰਟ 'ਚ ਆ ਕੇ ਹਾਜ਼ਰੀ ਲਗਵਾਉਂਦੇ ਹੋ, ਉਸ ਤੋਂ ਬਾਅਦ ਤੁਹਾਨੂੰ ਉਹ ਚਲਾਨ ਦੀ ਕਾਪੀ ਜਾਂ ਜਿਹੜੇ ਵੀ ਡਾਕੂਮੈਂਟਸ ਦੀ ਕਾਪੀ ਤੁਹਾਨੂੰ ਚਾਹੀਦੀ ਹੈ, ਉਦੋਂ ਤੁਹਾਨੂੰ ਦਿੱਤੀ ਜਾਏਗੀ। ਅਸਲ 'ਚ ਇਹ ਮੁੱਦਾ ਬੜੀ ਦੇਰ ਤੋਂ ਲਟਕ ਰਿਹਾ, ਪਰ ਇਹ ਹੋਇਆ ਉਦੋਂ, ਇਹ ਸਾਰਾ ਸਿਆਸੀ ਮੁੱਦਾ ਉਦੋਂ ਹੀ ਵਾਪਰਿਆ ਜਦੋਂ ਬਾਦਲ ਸਰਕਾਰ ਸੀ, ਔਰ ਇਹਦੇ ਵਿੱਚ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ 'ਤੇ ਗੋਲੀ ਚੱਲੀ ਔਰ ਬਹੁਤ ਲੋਕ ਮਰ ਵੀ ਗਏ। ਔਰ ਉਹਦੇ ਬਾਅਦ ਹੁਣ ਉਹਨਾਂ ਨੇ ਇਹ ਜਿਹੜੀ ਸਿੱਟ ਆ, ਇਹਨਾਂ ਨੇ ਕੀਤਾ ਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਬਣ ਗਈ ਆ, ਉਹਦੇ ਵਿੱਚ ਉਹਨਾਂ ਨੇ ਕਰ ਲਿਆ ਮੁੱਦਾ ਤੈਅ ਕਿ ਉਹਦੇ ਵਿੱਚ ਕਿਹੜੇ ਕਿਹੜੇ ਬੰਦੇ ਇਨਵੋਲਵ ਸੀਗੇ। ਉਦੋਂ ਦੇ ਡਾਇਰੈਕਟਰ ਜਨਰਲ ਪੁਲਿਸ, ਉਹਨਾਂ ਨੂੰ ਦੇਖੇਗਾ IG ਉਦੋਂ ਦੇ, ਔਰ ਉਹਨਾਂ ਦੇ ਬਾਕੀ ਕੋਈ SHO ਵੀ ਆ ਉਸ ਇਲਾਕੇ ਦੇ, ਔਰ ਉਹਦੇ ਵਿੱਚ ਜਿਹੜੀ ਵੀ ਮਸ਼ੀਨਰੀ ਘੁੰਮ ਰਹੀ ਸੀਗੀ, ਔਰ ਉਹਦੇ 'ਚ ਇਹਨਾਂ ਨੇ ਪੁੱਛਿਆ, ਪਤਾ ਕੀਤਾ ਕਿ ਉਦੋਂ ਹੁਕਮ ਕਿਹਨੇ ਕੀਤਾ। ਉਦੋਂ ਤੁਹਾਨੂੰ ਜਿਹੜਾ ਹੈਗਾ ਮੁੱਖ ਮੰਤਰੀ ਦਾ ਰਾਜ ਸੀਗਾ, ਜਿਹੜੇ ਉਪ ਮੁੱਖ ਮੰਤਰੀ ਸੀਗੇ ਉਹ ਆਪਣੇ ਸੁਖਬੀਰ ਬਾਦਲ ਸੀਗੇ, ਪਰ ਸੁਖਬੀਰ ਬਾਦਲ ਜੀ ਨੇ ਪੱਲਾ ਝਾੜਤਾ ਕਿ ਮੈਂ ਇੱਥੇ ਨਹੀਂ ਸੀਗਾ, ਮੈਂ ਅਵੇਲੇਬਲ ਨਹੀਂ ਸੀਗਾ, ਮੈਨੂੰ ਪਤਾ ਕਰ ਲਓ, ਮੇਰੀ ਹਾਜ਼ਰੀ ਪੰਜਾਬ ਵਿੱਚ ਨਹੀਂ ਸੀਗੀ। ਪਰ ਇਹਨਾਂ ਨੇ ਆਪਣੀ ਜ਼ਮਾਨਤ ਲਾਈ ਸੀ, ਕਿਉਂਕਿ ਇਹਨਾਂ ਨੂੰ ਪਤਾ ਕਿ ਜਦੋਂ ਇਹ ਕੇਸ ਚੱਲ ਪਿਆ, ਇਹ ਅਰੈਸਟ ਹੋ ਸਕਦੇ ਆ। ਉਦੋਂ ਪਹਿਲਾਂ ਜ਼ਮਾਨਤ ਲਾਈ ਸੀ, ਅੱਜ 15 ਤਰੀਕ ਹੈ, 15 ਤਰੀਕ ਨੂੰ ਇਹਨਾਂ ਨੂੰ ਇਹ ਫੈਸਲਾ ਮਿਲ ਜਾਣਾ ਸੀਗਾ। ਉਹਦੇ ਵਿੱਚ ਜ਼ਿਰਾ ਵੀ ਹੋਈ ਹੈ, ਡਿਸਕਸ ਵੀ ਹੋਈ ਹੈ, ਸਾਰਾ ਕੁਝ ਹੋਇਆ। ਬਾਕਾਇਦਾ ਤੌਰ 'ਤੇ ਉਹਨਾਂ ਨੂੰ ਰੋਕ ਲਿਆ, ਇਹਨਾਂ ਦੇ ਵਕੀਲਾਂ ਨੇ ਗੱਲ ਕੀਤੀ ਆ, ਉਹਨਾਂ ਨੇ ਬਹਿਸ ਵਿੱਚ ਦੱਸਿਆ ਕਿ ਜਿਹੜਾ ਇਹਨਾਂ ਨੂੰ ਪਹਿਲਾਂ ਜ਼ਮਾਨਤ ਦਿੱਤੀ ਜਾਵੇ, ਕੇਸ ਇਹ ਜ਼ਰੂਰ ਲੜਨਗੇ, ਔਰ ਖਿੜੇ ਮੱਥੇ ਕੇਸ ਨੂੰ ਐਕਸੈਪਟ ਕਰ ਲਿਆ ਇਹਨਾਂ ਨੇ। ਉਹਨਾਂ ਨੇ ਕਹਿਤਾ ਕਿ ਅਸੀਂ ਕੇਸ ਦੇ ਵਿੱਚ ਪੈਰਵਾਈ ਕਰਾਂਗੇ, ਜੋ ਕੁਝ ਵੀ ਹੈਗਾ, ਪਰ ਸੱਚ ਦਾ ਸੱਚ ਅਸੀਂ ਸਾਹਮਣੇ ਲੈ ਕੇ ਆਵਾਂਗੇ ਕਿ ਕੀ ਹੋਇਆ। ਕਈ ਵਾਰ ਹੁੰਦਾ ਕਿ ਜਿਹੜੇ ਆਫੀਸਰ ਨੇ ਉਹ ਵੀ ਮਨਮਾਨੀ ਕਰ ਜਾਂਦੇ ਆ, ਕਈ ਵਾਰੀ ਉੱਤੋਂ ਤੱਕ ਪਤਾ ਹੀ ਨਹੀਂ ਹੁੰਦਾ। ਜਦੋਂ ਮੁਸ਼ਰਫ ਨੇ, ਜਦੋਂ ਕਾਰਗਿਲ ਦੀ ਜੰਗ ਹੋਈ, ਉਹਨੇ ਆਪਣੇ ਆਪ ਡਿਸੀਜਨ ਲੈ ਕੇ ਹਮਲਾ ਕਰਤਾ, ਨਵਾਜ਼ ਸ਼ਰੀਫ ਨੂੰ ਪਤਾ ਹੀ ਨਹੀਂ ਸੀਗਾ। ਔਰ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਤੁਹਾਨੂੰ ਕ੍ਰਾਸ ਕਰਕੇ ਵੀ ਨਿਕਲ ਜਾਂਦੀਆਂ। ਹੁਣ ਇਹ ਸਾਰਾ ਕੁਝ ਨਤਾਰਾ ਹੋ ਜਾਣਾ ਕਿ ਉਸ ਵੇਲੇ ਕਿਹਨੇ ਹੁਕਮ ਦਿੱਤੇ ਸੀਗੇ, ਗੋਲੀ ਕਿਹਨੇ ਚਲਾਈ ਸੀਗੀ, ਕਿਹਦੇ ਆਰਡਰ ਆਏ ਸੀਗੇ, ਔਰ ਕਿੰਨੇ ਲੋਕ ਮਰੇ ਸੀਗੇ, ਔਰ ਕਿੰਨੇ ਪਰਿਵਾਰ ਉਜਾੜੇ ਗਏ। ਔਰ ਉਹਨਾਂ ਪਰਿਵਾਰਾਂ ਵੱਲੋਂ ਜਦੋਂ ਜਾਂਚਾਂ ਦਾਇਰ ਕੀਤੀਆਂ, ਉਹਨਾਂ ਦਾ ਹੁਣ ਫੈਸਲਾ ਇਸ ਵੇਲੇ ਕਰ ਰਹੀ ਆ, ਕਿਉਂਕਿ ਇਸ ਵੇਲੇ ਸਰਕਾਰ ਜਿਹੜੀ ਆਪ ਦੀ ਸਰਕਾਰ ਹੈ, ਭਗਵੰਤ ਮਾਨ ਦੀ ਸਰਕਾਰ ਹੈ, ਕਿਉਂਕਿ ਇਹਨਾਂ ਨੇ ਕੁਛ ਨਾ ਕੁਛ ਤਰੀਕੇ ਨਾਲ ਕਰ ਦੇਣਾ ਕਿ ਜੇ ਉਹਨਾਂ ਦੀ ਹੁੰਦੀ ਤਾਂ ਇਹਦੇ 'ਤੇ ਫਿਰ ਪਾਣੀ ਫਿਰ ਜਾਣਾ ਸੀ, ਜੇ ਕਾਂਗਰਸ ਹੁੰਦੀ ਤਾਂ ਸ਼ਾਇਦ ਫਿਰ ਉਸੇ ਤਰ੍ਹਾਂ ਮਸਲਾ ਰਹਿੰਦਾ। ਦੋ ਸਰਕਾਰਾਂ ਪਹਿਲਾਂ ਆਈਆਂ, ਕਿਸੇ ਪਾਸੇ ਕੋਈ ਸਿੱਟਾ ਨਹੀਂ ਨਿਕਲਿਆ। ਇਸ ਸਰਕਾਰ ਨੇ ਵੈਸੇ ਹੌਲੀ ਹੌਲੀ ਉਸ ਪਾਸੇ ਵੱਲ ਆ ਗਈ ਹੈ, ਔਰ ਬਾਕਾਇਦਾ ਤੌਰ 'ਤੇ ਤੇਜ਼ੀ ਨਾਲ ਜਿਹੜੀ ਫਾਸਟ ਕੋਰਟ ਜਿਹੜੀ ਜਿਹਨੂੰ ਆਪਾਂ ਨੇ
ਉਹ 'ਚ ਡਿਸੀਜਨ ਹੋਣਾ ਔਰ ਉਹਦੇ ਵਿੱਚ ਦੋਨੇ ਬਾਦਲ ਪੇਸ਼ ਵੀ ਹੋਏ ਆ, ਕਿਉਂਕਿ ਵੱਡੇ ਬਾਦਲ ਸਾਹਿਬ ਦੀ ਤਾਂ ਇਸ ਵੇਲੇ ਸਿਹਤ ਇੰਨੀ ਤੰਦਰੁਸਤ ਨਹੀਂ ਕਿ ਰੋਜ਼ ਆਉਣ ਨਾ ਆਉਣ, ਕਿਉਂਕਿ ਉਹਨਾਂ ਦੇ ਵਕੀਲ ਵੈਸੇ ਪਹੁੰਚ ਜਾਂਦੇ ਆ। ਪਰ 2 ਵਾਰੀ ਪ੍ਰਕਾਸ਼ ਸਿੰਘ ਬਾਦਲ ਜੀ ਇਹਦੇ ਵਿੱਚ ਪੇਸ਼ ਹੋਏ, ਉਹਨਾਂ ਨੇ ਦੱਸਿਆ ਕਿ ਜੋ ਕੁਝ ਹੋਇਆ ਵਾ ਤੁਹਾਨੂੰ ਪਤਾ ਹੈ ਕਿ ਸਾਡੇ ਅੱਖੋਂ ਪਰੋਖ ਹੋਇਆ, ਸਾਨੂੰ ਇਹਦੇ ਬਾਰੇ ਕੋਈ ਇੰਨਾ ਪਤਾ ਨਹੀਂ ਹੈਗਾ। ਇਹਦੇ ਵਿੱਚ ਜਿਹੜੀ ਗਵਾਹ ਪਾਉਣਗੇ, ਗਵਾਹ ਹੋਣ ਤੋਂ ਬਾਅਦ ਜਿਹੜੀ ਸੱਚਾਈ ਅੱਗੇ ਸਾਹਮਣੇ ਆ ਜਾਊਗੀ, ਕੋਰਟ ਜਿਹੜੀਆਂ ਬੈਠਣਗੀਆਂ, ਜੱਜਾਂ ਦੀ ਜਿਊਰੀ ਬਣ ਜੂਗੀ, ਸਾਰਾ ਕੁਝ ਹੋਊਗਾ। ਹਾਈ ਕੋਰਟ 'ਚ ਵੀ ਕੇਸ ਚੱਲੂਗਾ, ਸੁਪਰੀਮ ਕੋਰਟ ਤੱਕ ਵੀ ਜਾਊਗਾ। ਜਦੋਂ ਜੁਡੀਸ਼ਰੀ 'ਚ ਕੇਸ ਆ ਜਾਂਦਾ ਫਿਰ ਸਮਝ ਲਓ ਲੰਬਾ ਪਾਏਗਾ ਕੰਮ, ਕੁਛ ਨਹੀਂ ਹੁੰਦਾ। ਹੁਣ ਜਿਹੜੀ ਸਪੈਸ਼ਲ ਕੋਰਟ ਆਈ ਆ ਉਹਦੇ ਵਿੱਚ ਹੁਣ ਪਤਾ ਲੱਗ ਰਿਹਾ ਕਿ ਕੀ ਇਨਵੈਸਟੀਗੇਸ਼ਨ ਹੋ ਰਹੀ ਹੈ। ਔਰ ਛੋਟਾ ਬਾਦਲ ਸਾਹਿਬ ਤਾਂ ਬਿਲਕੁਲ ਫੱਟੀ ਪੋਈਤੀ ਹੁੰਦੇ ਵੀ ਮੈਨੂੰ ਇਹਦੇ ਬਾਰੇ ਪਤਾ ਨਹੀਂ, ਮੈਂ ਇੱਥੇ ਹੈ ਹੀ ਨਹੀਂਗਾ। ਉਹ ਉਪ ਮੁੱਖ ਮੰਤਰੀ ਸੀ ਉਦੋਂ ਉਹਨਾਂ ਨੂੰ ਪਤਾ ਸੀਗਾ ਕਿ ਮੈਂ ਇੱਥੇ ਜੇ ਡਿਸੀਜਨ ਲਵਾਂਗਾ ਤਾਂ ਕੋਈ ਸਿੱਟਾ ਮਾੜਾ ਨਿਕਲੂਗਾ। ਮੇਰਾ ਖਿਆਲ ਉਹਨਾਂ ਤਾਂ ਲਿਆ ਜਾਂ ਨਹੀਂ ਲਿਆ, ਇਹ ਹੁਣ ਜੁਡੀਸ਼ਰੀ ਜਾਂ ਜਿਹੜੀ ਸਪੈਸ਼ਲ ਕੋਰਟ ਬਣਾਈ ਉਹਨੇ ਪਤਾ ਦੱਸਣਾ ਵੀ ਕਿਹਨੇ ਗਲਤ ਕੰਮ ਕੀਤਾ ਤੇ ਕਿਉਂ ਘਰ ਉਜਾੜੇ ਗਏ, ਕਿਉਂ ਬੰਦੇ ਮਾਰੇ ਗਏ। ਔਰ ਇਹ ਬੜਾ ਵੱਡਾ ਜਿਹੜਾ ਮਸਲਾ ਹੈਗਾ ਪੰਜਾਬ ਲਈ, ਔਰ ਇਸ ਦਾਗ ਨੂੰ ਧੋਣ ਲਈ ਇਸ ਸਰਕਾਰ ਨੇ ਵਧੀਆ ਤੌਰ ਤੇ ਰੂਲਿੰਗ ਪਾਰਟੀ ਨਾਲ ਆਪਣੀ ਨਾਲ ਚੱਲ ਕੇ ਡਿਸੀਜਨ ਲਿਆ ਵਾ। ਤੋ 2-4 ਦਿਨਾਂ ਤੱਕ ਆ ਜਾਊਗਾ। ਅੱਜ ਇਹਨਾਂ ਦੀ ਜ਼ਮਾਨਤ ਸ਼ਾਇਦ ਉਹਨਾਂ ਨੂੰ ਮਿਲ ਜਾਣੀ ਆ, ਇਹਨਾਂ ਨੂੰ ਅਰੈਸਟ ਨਹੀਂ ਕਰਨਗੇ। ਇੱਕ ਜੇ ਅਰੈਸਟ ਵੀ ਹੋ ਜਾਂਦੇ ਤਾਂ ਇਹਨਾਂ ਨੂੰ VVIP ਟ੍ਰੀਟਮੈਂਟ ਮਿਲਣੀ ਹੈ। ਇਹਨਾਂ ਅਰੈਸਟ ਹੋਣ ਦਾ ਵੀ ਕੀ ਹੈਗਾ, ਉੱਥੇ ਸਾਰਾ ਕੁਝ ਇਹਨਾਂ ਨੂੰ ਮਿਲਣਾ, ਸੋਫੇ ਮਿਲਣੇ ਆ ਬਹਿਣ ਲਈ, ਉੱਥੇ ਬੈੱਡ, ਅੱਛੇ ਬੈੱਡਰੂਮ ਮਿਲਣੇ ਆ, ਔਰ AC ਲੱਗੇ ਹੋਣਗੇ, ਅਖਬਾਰਾਂ ਆਉਣਗੀਆਂ, ਸਾਰਾ ਕੁਝ। ਇਹਨਾਂ ਨੂੰ ਤਾਂ ਕੁਝ ਨਹੀਂ। ਲਾਲੂ ਪ੍ਰਸਾਦ ਯਾਦਵ ਇਸ ਵੇਲੇ ਉਹ ਚਾਰਾ ਘੁਟਾਲੇ 'ਚ ਅੰਦਰ ਨੇ। ਉਦੋਂ ਬਾਅਦ ਉਹਨਾਂ 'ਤੇ ਇੱਕ ਹੋਰ ਕੇਸ ਹੋ ਗਿਆ, ਯਾਦਵ ਜਿਹੜੇ ਉਹਨਾਂ ਦੇ ਬੇਟਾ ਨੇ, ਤੇਜਸਵੀ ਯਾਦਵ, ਹਾਂ ਉਹਨਾਂ ਦੇ ਉੱਤੇ ਵੀ ਹੋਇਆ। ਔਰ ਉਹ CBI ਦਾ ਕੇਸ ਹੈਗਾ, ਜਿਹਦੇ ਵਿੱਚ ਇਹਨਾਂ ਨੌਕਰੀਆਂ ਜਦੋਂ ਦਿੱਤੀਆਂ ਹੈਗੀਆਂ ਰੇਲਵੇ ਦੀਆਂ, ਉਹਦੇ 'ਚ ਜ਼ਮੀਨ ਲਈ ਲੋਕਾਂ ਤੋਂ, ਉਹਦੇ ਬਦਲੇ 'ਚ ਉਹ ਘੁਟਾਲਾ, ਘੱਟ ਕੀਮਤ ਤੇ ਲਈ ਗਿਫਟ ਲਿੱਤੀ, ਘੱਟ ਕਿਸ਼ਤੀ, ਅੰਕੜੇ ਕਹਿੰਦੇ ਨੇ, ਇਫੈਕਟਸ ਕਹਿੰਦੇ ਨੇ। ਹਾਂ, ਇਹ 'ਚ ਰਾਬੜੀ ਵੀ ਉਹਦੇ 'ਚ ਜਿਹੜੀ ਇਹਨਾਂ ਦੇ ਮਦਰ ਹੈ, ਤੇਜਸਵੀ ਦੀ ਮਦਰ, ਉਹ ਵੀ ਉਹ 'ਚ ਇਨਵੋਲਵ ਹੈ। ਲਾਲੂ ਪ੍ਰਸਾਦ ਯਾਦਵ ਜੀ ਵੀ ਉਹ 'ਚ ਇਨਵੋਲਵ ਹੈ। ਤੇਜਸਵੀ ਤਾਂ ਉਹਦਾ ਛੋਟਾ ਹੀ ਹੋਊਗਾ ਕਿਉਂਕਿ ਪਾਰਟੀ ਬਹੁਤ ਲੰਬੀ ਸੀਗੀ। ਔਰ 3-4 ਵਾਰੀ ਤੇ ਰੇਲਵੇ ਮੰਤਰੀ ਬਣਿਆ, ਤੇ ਰਾਬੜੀ ਜੀ ਉਦੋਂ ਮੁੱਖ ਮੰਤਰੀ ਸੀਗੇ ਬਿਹਾਰ ਦੇ। ਔਰ ਇਹਨਾਂ ਦੀ ਪਾਰਟੀ ਬਹੁਤ ਵੱਡੀ ਹੈ, ਨਿਤਿਸ਼ ਕੁਮਾਰ ਦੀ ਪਾਰਟੀ, ਔਰ ਇਹਨਾਂ ਦੀ ਦੋਵਾਂ ਦੀ ਪਾਰਟੀ ਰੂਲ ਕਰ ਰਹੀ ਹੈ, ਕਿਉਂਕਿ ਇਹ ਉਪ ਮੁੱਖ ਮੰਤਰੀ, ਉੱਥੇ ਮੁੱਖ ਮੰਤਰੀ ਨੇ। ਔਰ ਉਦੋਂ ਬਾਅਦ ਪਹਿਲੋਂ ਜਦੋਂ ਯਾਦਵ ਜੀ, ਲਾਲੂ ਪ੍ਰਸਾਦ ਯਾਦਵ ਜੀ ਦਾ ਰਾਜ ਸੀਗਾ, ਉਦੋਂ ਬਿਹਾਰ ਦੀ ਹਾਲਤ ਬੜੀ ਡਾਵਾਂਡੋਲ ਸੀਗੀ। ਜਦੋਂ ਦੇ ਨਿਤਿਸ਼ ਕੁਮਾਰ ਜੀ ਆ ਗਏ, ਬਿਹਾਰ ਵਧੀਆ ਤਰੀਕੇ ਨਾਲ ਚੱਲ ਪਿਆ, ਬਹੁਤ ਕੁਝ ਹੋ ਗਿਆ। ਪਰ ਹੁਣ ਘੁਟਾਲੇ ਇਹਨਾਂ ਦੇ ਨਿਕਲ ਰਹੇ ਸਾਰੇ। ਚਾਰਾ ਘੁਟਾਲੇ 'ਚ ਤਾਂ ਅੱਗੇ ਹੀ ਅੰਦਰ ਆ। ਲਾਲੂ ਪ੍ਰਸਾਦ ਯਾਦਵ ਜੀ ਚਾਰਾ ਘੁਟਾਲੇ 'ਚ ਆਏ ਆ, ਉਹਨਾਂ 'ਚ ਜਿੰਨੇ ਅਧਿਕਾਰੀ ਸੀ ਸਾਰੇ ਸਸਪੈਂਡ ਕਰ ਦਿੱਤੇ ਗਏ ਅੰਦਰ। ਇਹਨਾਂ ਅੰਕੜਿਆਂ ਦੇ ਵਿੱਚ ਜਿਹੜੇ ਪ੍ਰਾਪਤ ਹੋ ਰਹੇ ਨੇ, ਇਹਨਾਂ ਫੈਕਟਸ ਦੇ ਵਿੱਚ ਜਿਹੜੀਆਂ ਪ੍ਰਾਪਤ ਹੋ ਰਹੀਆਂ ਨੇ, ਕਿੰਨੀ ਸੱਚਾਈ ਹੈ ਕਿਤੇ ਹੁਣ ਕੋਰਟ ਨੇ ਦੱਸਣਾ ਹੈ, ਤਹਿਕੀਕਾਤ ਹੋਏਗੀ। ਫਿਲਹਾਲ ਜੋ ਸਾਨੂੰ ਖਬਰਾਂ ਮਿਲਦੀਆਂ ਨੇ ਉਹਦੇ ਵਿੱਚ ਇਹ ਹੈ ਕਿ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਕਿ ਕੋਈ ਕਪਲਾ ਹੈ, ਉਸ ਕਪਲੇ ਦੀ ਜਾਂਚ ਹੋਣੀ ਚਾਹੀਦੀ ਹੈ। ਸੋ ਆਪਾਂ ਅੱਗੇ ਵਧਦੇ, ਕਿਉਂਕਿ ਸਾਡੇ ਲੈਂਡ ਦੇ ਉੱਤੇ, ਸਾਡੀ ਧਰਤੀ ਦੇ ਉੱਤੇ ਕਪਲੇ ਹੀ ਕਪਲੇ ਨੇ, ਔਰ ਹਮੇਸ਼ਾ ਕੋਈ ਨਾ ਕੋਈ ਮਸਲਾ ਹੈ ਉਹਦੇ 'ਚ ਉਲਝੇ ਹੋਏ ਨੇ। ਪੰਜਾਬ 'ਚ ਨਹੀਂ ਹੈਗੇ, ਬਾਹਰਲੇ ਸੂਬਿਆਂ 'ਚ ਵੇਖ ਯਾਰ। ਦੇਸ਼ ਦੀ ਤਰੱਕੀ, ਦੇਸ਼ ਦੇ ਲੋਕਾਂ ਵਾਸਤੇ ਕੰਮ ਕਰਨਾ, ਉਹਦੇ ਵਾਸਤੇ ਸਮਾਂ ਬਚਦਾ ਨਾ। ਇਹ ਕਪਲਿਆਂ ਵਾਸਤੇ ਸਾਰਾ ਸਮਾਂ, ਤੇ ਸਾਰਾ ਸਮਾਂ ਆਪਸ ਦੇ ਵਿੱਚ ਹੀ ਲੜਨ ਵਿੱਚ, ਬਿਆਨਬਾਜ਼ੀਆਂ, ਇੱਕ ਦੂਜੇ ਦੇ ਉੱਤੇ ਪਰਸਨਲ ਅਟੈਕ, ਕੋਈ ਕੇਸਾਂ 'ਚ ਉਲਝੇ ਹੋਏ ਨੇ, ਉਹ ਉਲਝੇ ਹੋਏ ਕੇਸ ਨਹੀਂ ਸੁਲਝਦੇ ਪਏ ਨੇ ਸਾਲਾਂ ਤੋਂ। ਉਹਨੇ ਦੇਸ਼ ਬਾਰੇ ਜਾਂ ਸੂਬਿਆਂ ਬਾਰੇ ਜਾਂ ਸੂਬੇ ਦੇ ਲੋਕਾਂ ਬਾਰੇ, ਦੇਸ਼ ਦੇ ਲੋਕਾਂ ਬਾਰੇ ਸੋਚਣ ਦਾ ਸਮਾਂ ਕਿਹਦੇ ਕੋਲ ਹੈ? ਇਹ ਰਿਸ਼ਵਤਦਾਰੀ ਸਿਰਫ ਪੰਜਾਬ 'ਚ ਨਹੀਂ ਚੱਲਦੀ, ਤੁਸੀਂ ਜਾ ਕੇ ਬਿਹਾਰ 'ਚ ਵੇਖੋ, ਪਹਿਲਾ ਤੌਰ ਤੇ ਲਾਰਜ ਸਕੇਲ ਤੇ ਸਰ ਪੂਰੀ ਦੁਨੀਆ ਵਿੱਚ ਹੈ। ਮੱਧ ਪ੍ਰਦੇਸ਼ 'ਚ ਵੇਖ ਲਓ, ਬਾਹਰਲੇ ਦੇਸ਼ਾਂ ਵਿੱਚ ਚਲੋ ਹੈ ਆ, ਪਰ ਇਸ ਤਰ੍ਹਾਂ ਦੇ ਨਹੀਂ ਉੱਥੇ ਐਕੂਰੇਟ ਤਰੀਕੇ ਨਾਲ ਟਾਈਮ ਮਿਲ ਜਾਂਦਾ। ਤੁਸੀਂ ਡਰਾਈਵਿੰਗ ਲਾਇਸੈਂਸ ਬਣਾਉਣਾ, ਤੁਹਾਨੂੰ ਵੇਲੇ ਸਿਰ ਮਿਲ ਜਾਊ। ID ਲਈ ਕਰਨਾ, ਆਧਾਰ ਕਾਰਡ ਲਈ ਕਰਨਾ, ਸਾਡੇ ਇੱਥੇ ਪੈਸੇ ਮੰਗਦੇ। ਤੁਸੀਂ ਜਦੋਂ ਕੋਈ ਕਿਸੇ ਵੀ ਮਹਿਕਮੇ ਚਲੇ ਜਾਓਗੇ, ਜਦੋਂ ਫਾਈਲ ਤੁਰ ਪਈ ਤੁਹਾਡੀ, ਆਂਦੇ ਨਹੀਂ ਫਾਈਲ ਇਦਾਂ ਨਹੀਂ ਤੁਰਨੀ, ਇਹਦੇ ਥੱਲੇ ਪਹੀਏ ਲੱਗਣੇ, ਪੈਸੇ ਮੰਗਣੇ, ਉਹਨਾਂ ਨੂੰ ਗਰੀਸ ਵੀ ਦੇਣੀ, ਗਰੀਸ ਵੀ ਦਿਓ, ਪੈਸੇ ਵੀ ਦਿਓ, ਜੇਬਾਂ ਵੀ ਭਰੋ, ਸਾਰਾ ਕੁਝ ਕਰੋ, ਫਿਰ ਫੜੇ ਵੀ ਜਾਂਦੇ ਆ ਬਕਾਇਦਾ ਤੌਰ ਤੇ। ਰੋਜ਼ ਪੜ੍ਹੋ ਤੁਸੀਂ ਅਖਬਾਰ, ਤਹਿਸੀਲਦਾਰ ਵੀ ਫੜੇ, SHO ਵੀ ਫੜੇ ਜਾਂਦੇ, ASI ਵੀ ਫੜੇ ਜਾਂਦੇ ਆ, ਔਰ IAS ਆਫੀਸਰ ਵੀ ਫੜੇ ਗਏ ਬਹੁਤ। ਔਰ ਦੇਖੋ IPS ਅਫਸਰ ਸਭ ਫੜੇ ਜਾਣਗੇ, ਹੈ ਸਾਰੇ ਫੜੇ ਜਾਣਗੇ। ਉਹ ਜਿਹੜਾ ਗਾਣਾ ਗਾਇਆ, ਔਰ ਗਾਣਾ ਵਾਕਿਆ ਉਹਨੇ ਬੜਾ ਔਰ ਤਰੀਕੇ ਨਾਲ ਢੁਕਵਾਂ ਸੁਟੇਬਲ ਗੀਤ। ਅਸੀਂ ਕਹਿੰਦੇ ਆ ਕਿ ਕੋਈ ਐਸਾ ਲੀਡਰ ਆਵੇ, ਕੋਈ ਐਸਾ ਬੰਦਾ ਮਿਲੇ ਜਿਹੜਾ ਲੋਕਾਂ ਬਾਰੇ ਸੋਚੇ, ਸੂਬੇ ਬਾਰੇ ਸੋਚੇ, ਦੇਸ਼ ਬਾਰੇ ਸੋਚੇ, ਦੇਸ਼ ਵਾਸੀਆਂ ਬਾਰੇ ਸੋਚੇ, ਉਹਦੇ ਕੋਲ ਸਾਰਾ ਸਮਾਂ ਹੋਵੇ ਦੇਸ਼ ਵਾਸਤੇ, ਦੇਸ਼ ਵਾਸੀਆਂ ਬਾਰੇ ਸੋਚਣ। ਉਹ ਟਟੋਲਿਆਂ ਨਹੀਂ ਮਿਲਣਾ, ਉਹ ਕਿਤੇ ਵੀ ਨਹੀਂ ਮਿਲਣਾ, ਕਿਤੋਂ ਮਿਲੇ ਨਾ ਮਿਲਣਾ, ਕੁਦਰਤੀ ਭੇਜੇ। ਇੱਕ ਗੱਲ ਹੈ ਕਿ ਜ਼ਮਾਨਾ ਜਿਹੜਾ ਹੈ ਇਸ ਵੇਲੇ ਬੜਾ ਤਿੱਖਾ ਆ ਗਿਆ, ਔਰ ਇਹਦੇ ਵਿੱਚ ਹੋ ਗਿਆ ਮਤਲਬ ਖੋਰੀ ਆ ਗਈ, ਖੂਨ ਸਫੈਦ ਹੋ ਗਈ। ਉਹ ਜ਼ਮਾਨਾ ਤੁਸੀਂ 30 ਸਾਲ ਪਿੱਛੇ ਦੇਖੋ, ਪ੍ਰਤਾਪ ਸਿੰਘ ਕੈਰੋਂ ਹੀ ਰਹੇ ਇੱਥੇ, ਔਰ ਉਹਨਾਂ ਨੇ ਰਾਜ ਕੀਤਾ ਸਾਰੇ ਪੰਜਾਬ ਦਾ, ਜਿਸ 'ਚ ਹਰਿਆਣਾ ਵੀ ਸੀਗਾ, ਜਿਸ 'ਚ ਹਿਮਾਚਲ ਵੀ ਸੀਗਾ, ਪੂਰੇ ਪੰਜਾਬ 'ਤੇ ਰਾਜ ਕੀਤਾ। ਕੋਈ ਰਿਸ਼ਵਤ ਨਹੀਂ ਸੀ ਚੱਲਦੀ, ਨੌਕਰੀਆਂ ਬਾਕਾਇਦਾ ਤੌਰ 'ਤੇ ਮਿਲਦੀਆਂ ਸੀ। ਜੇ ਐਜੀਟੇਸ਼ਨ ਹੁੰਦੀ ਸੀ, ਧਰਨੇ ਹੁੰਦੇ ਸੀ, ਚੁੱਕ ਕੇ ਸਿੱਧਾ ਸਸਪੈਂਡ ਕਰ ਦਿੰਦੇ ਸੀ, ਕਹਿੰਦੇ ਕੰਮ ਕਰੋ, ਤੁਹਾਨੂੰ ਤਨਖਾਹ ਮਿਲਦੀ ਹੈ।
ਧਰਨਿਆਂ ਦੀ ਤਨਖਾਹ ਨਹੀਂ ਮਿਲਣੀ, ਛੁੱਟੀ ਹੈ, ਛੁੱਟੀ ਜਾਓ, ਮੈਡੀਕਲ ਲੀਵ ਲੈ ਲਓ, ਉਹ ਲੈ ਲਓ। ਪਟਵਾਰੀਆਂ ਨੇ ਇੱਕ ਵਾਰੀ ਕਰਤਾ ਸੀ ਸਾਰੀ ਇੱਥੇ ਧਰਨਾ ਦੇ ਦਿੱਤਾ ਸੀ, ਉਹਨੇ ਚੁੱਕ ਕੇ ਸਿੱਧਾ ਹੀ ਜਾਂਦਾ ਸਸਪੈਂਡ ਦੈਮ ਇਮੀਡੀਏਟਲੀ। ਔਰ ਇਹ ਸਖਤੀ ਨਾਲ ਰਾਜ ਹੁੰਦਾ, ਇਹ ਨਹੀਂ ਰਾਜ ਹੁੰਦਾ ਕਿ ਤੁਸੀਂ ਉਹਦੇ ਨਾਲ ਵੀ ਤੁਰ ਪਓ ਤਾਂ ਉਹੀ। ਇਸ ਕਰਕੇ ਰਾਜ ਨਹੀਂ ਚੱਜਣਾ ਹੁੰਦਾ, ਇਹ ਆਪ ਕਰਪਟ ਆ। ਜਿਹੜੇ ਹੈਡ ਹੀ ਕਰਪਟ ਹੋਊਗਾ ਉਹ ਅੱਖਾਂ ਨਾਲ ਅੱਖਾਂ ਕਿੱਦਾਂ ਮਿਲਾਊਗਾ? ਜਿਸ ਘਰ ਦਾ ਫਾਦਰ ਜਿਹੜਾ ਆਦਰਸ਼ ਮਾਡਲ ਨਹੀਂ ਹੋਊਗਾ, ਜੇ ਉਹ ਗਲਤ ਕੰਮ ਕਰੂਗਾ ਤਾਂ ਮੁੰਡਿਆਂ ਨੇ ਅੱਖਾਂ ਦਿਖਾਉਣੀਆਂ ਉਹਨੂੰ, ਜੇ ਉਹ ਆਪ ਚੰਗੇ ਕੰਮ ਕਰੂਗਾ ਤਾਂ ਮੁੰਡਿਆਂ ਨੂੰ ਵੀ ਉਹੀ ਸੰਸਕਾਰ ਮਿਲਣਗੇ, ਉਹੀ ਸਾਰਾ ਕੁਛ ਹੈਗਾ। ਇਹੀ ਮੌਕੇ ਦੀ ਹਕੂਮਤ ਹੈ। ਜੇ ਮੁੱਖ ਮੰਤਰੀ ਠੀਕ ਰਹੂਗਾ, ਜੇ ਮੁੱਖ ਮੰਤਰੀ ਇਮਾਨਦਾਰ ਹੋਊਗਾ, ਸਮਰਥ ਤਰੀਕੇ ਨਾਲ ਕੰਮ ਕਰੂਗਾ, ਸਮਰੱਥ ਤਰੀਕੇ ਨਾਲ ਕੰਮ ਕਰੂਗਾ ਤਾਂ ਸਾਰਿਆਂ ਨਾਲ ਉਹਦਾ ਗੱਲ ਵਕੜੀ ਪਊਗੀ। ਜੇ ਗਲਤ ਕੰਮ ਕਰੂਗਾ ਤਾਂ ਫਿਰ ਅੱਖਾਂ ਨੇ ਅੱਖਾਂ ਪਾ ਕੇ ਗੱਲ ਨਹੀਂ ਕਰੂਗਾ ਤਾਂ ਸਾਰੇ ਰਿਸ਼ਵਤ ਲੈਣਗੇ। ਬਿਲਕੁਲ, ਕਿਉਂਕਿ ਉਹ ਇੱਕ ਬਜ਼ੁਰਗ ਇਹੀ ਕਹਿੰਦੇ ਹੁੰਦੇ ਨੇ ਕਿ ਇੱਕ ਨੂੰ ਕੀ ਰੋਨੀ ਆਵਾਈ ਉੱਤੇ। ਇਹ ਤਾਂ ਹੈ, ਇੱਥੇ ਗੱਲ ਤਾਂ ਆ ਕੇ ਨਿਬੜਦੀ ਆ। 100 ਤਰਸਾ ਸਿਰੇ ਤੇ ਗੰਢ ਤੇ ਨਿਬੜ ਜਾਂਦੀ ਹੈ। ਅੱਗੇ ਵਧੀਏ ਆਪਾਂ ਜੀ। ਜੋ ਮੋਦੀ ਸਾਹਿਬ ਆਏ ਸੀਗੇ ਲਾਸਟ ਈਅਰ 2022 ਜਨਵਰੀ 'ਚ, ਹਾਂਜੀ, ਉਦੋਂ ਉਹਨਾਂ ਦੀ ਸੁਰੱਖਿਆ ਦੇ ਵਿੱਚ ਕੋਈ ਕੁਤਾਹੀ ਹੋਈ ਸੀ ਤੇ ਸੀਐਮ ਚੰਨੀ ਜੀ ਸੀ ਉਦੋਂ, ਤੇ ਉਹ ਮਾਮਲਾ ਹਜੇ ਵੀ ਭਖਿਆ ਹੋਇਆ ਤੇ ਹੁਣ ਕੇਂਦਰ ਨੇ ਮੰਗੀ ਹੈ ਰਿਪੋਰਟ ਪੰਜਾਬ ਸਰਕਾਰ ਕੋਲੋਂ ਕਿ ਦੱਸੋ ਕਿਹਦੀ ਰਿਸਪੌਂਸਿਬਿਲਿਟੀ ਫਿਕਸ ਹੋਵੇ। ਸੋ ਇਹ ਹੁਣ ਮਸਲਾ ਫਿਰ ਤੋਂ ਪੱਕ ਗਿਆ। ਹਾਂ, ਇਹ ਮਸਲਾ ਪਹਿਲਾਂ ਲਟਕਦਾ ਰਿਹਾ, ਫਿਰ ਸੁਪਰੀਮ ਕੋਰਟ 'ਚ ਵੀ ਚਲੇ ਗਿਆ, ਉਹਦੇ 'ਚ ਕੁਝ ਲੋਕਾਂ ਦਾ ਨਾਂ ਲੱਗਿਆ, ਫਿਰ ਉਹ ਮਸਲਾ ਚੱਲਦਾ ਰਿਹਾ। ਪਰ ਹੁਣ ਉਹਨਾਂ ਨੇ ਜਿਹੜੇ ਉੱਥੋਂ ਦੇ ਆਪਣੇ ਗ੍ਰਹਿ ਮੰਤਰੀ ਨੇ, ਉਹਨਾਂ ਨੇ ਐਕਸ਼ਨ ਰਿਪੋਰਟ ਮੰਗੀ ਆ। ਜਿਹੜੀ ਮੌਕੇ ਦੀ ਹਕੂਮਤ ਆ, ਭਗਵੰਤ ਮਾਨ ਜੀ ਕੋਲ ਉਹਨਾਂ ਨੇ ਕਿਹਾ ਕਿ ਸਾਨੂੰ ਇਮੀਡੀਏਟ ਐਕਸ਼ਨ ਰਿਪੋਰਟ ਦਿਓ ਕਿ ਇਹਦੇ ਵਿੱਚ ਕੀ ਵਾਪਰਿਆ ਔਰ ਕੌਣ-ਕੌਣ ਬੰਦੇ 'ਚ ਇਨਵੋਲਵ ਆ, ਕਿਹਨਾਂ ਨੇ ਇਹ ਐਜੀਟੇਸ਼ਨਾਂ ਕਰਕੇ ਬਲੌਕ ਕਰਤੀਆਂ ਸੜਕਾਂ। ਹਸੈਨੀ ਵਾਲਾ ਜਿੱਥੇ ਭਗਤ ਸਿੰਘ ਜੀ ਦੀ ਸਮਾਧ ਹੈਗੇ ਆ, ਉਸ ਪਿੱਛੇ ਪੁਲ ਤੋਂ ਇਹ ਐਂਟਰੀ ਕਰਨੀ ਸੀ। ਲੁਧਿਆਣੇ ਉਤਰੇ, ਉਹ ਤੋਂ ਬਾਅਦ ਬਾਈ ਰੋਡ ਜਾ ਰਹੇ ਸੀ ਉਸ ਪਾਸੇ ਨੂੰ। ਜਦੋਂ ਉੱਥੇ ਗਏ ਸੀ, ਪੁਲ ਦੇ ਪਿੱਛੇ ਅੱਗੇ ਧਰਨਾ ਲੱਗਾ ਸੀ ਕਿਸਾਨਾਂ ਦਾ, ਕਿਉਂਕਿ ਉਦੋਂ ਅੰਦੋਲਨ ਚੱਲ ਰਿਹਾ ਸੀ ਕਿਸਾਨਾਂ ਦਾ। ਉਹਨਾਂ ਨੇ ਉੱਥੇ ਨਾਅਰੇਬਾਜ਼ੀ ਕੀਤੀ। ਇਹ ਪਿੱਛੇ ਨੂੰ ਇਹਨਾਂ ਦੀ ਸਿਕਿਉਰਿਟੀ ਨੇ ਜੋ ਦੱਸਿਆ ਕਿ ਅੱਗੇ ਜਾਣ ਦਾ ਜਿਹੜਾ ਹੈਗਾ ਉਹ ਨੁਕਸਾਨ ਹੈ, ਪਿੱਛੇ ਮੁੜੋ। ਫਿਰ ਪਿੱਛੇ ਨੂੰ ਫਿਰ ਉਸੇ ਤਰ੍ਹਾਂ ਦੀ ਇਹਨਾਂ ਦੀ ਜਿਹੜੀ ਆ ਰਹੀ ਸੀ ਕਾਨਵਾਈ ਪਿੱਛੇ ਨੂੰ ਮੁੜ ਗਈ। ਪਿੱਛੇ ਮੁੜਨ ਤੋਂ ਬਾਅਦ ਉਸ ਵੇਲੇ ਦੇ ਜਿਹੜੇ ਡਾਇਰੈਕਟਰ ਜਨਰਲ ਪੁਲਿਸ ਨੇ, ਉਹਨਾਂ 'ਤੇ ਵੀ ਇਹ ਸਾਰਾ ਕੁਝ ਪੁੱਛਿਆ ਗਿਆ, ਉਹਨਾਂ ਦੀ ਇਨਕੁਆਇਰੀ ਹੋਈ। ਫਿਰ ਆਈਜੀ ਜਿਹੜੇ ਉੱਥੋਂ ਦੇ ਉਸ ਇਲਾਕੇ ਦੇ ਆਈਜੀ, ਉਹਨਾਂ ਕੋਲ ਪੁੱਛਿਆ ਗਿਆ। ਔਰ ਇਹ ਵੀ ਵੇਖਣ ਵਿੱਚ ਆਇਆ, ਚੰਨੀ ਸਰਕਾਰ ਸੀ ਉਦੋਂ, ਉਹਨਾਂ ਨੇ ਕਹਿਤਾ ਸੀਗਾ ਕਿ ਉਦੋਂ ਬਾਰਿਸ਼ ਇੰਨੀ ਜ਼ਿਆਦਾ ਹੋ ਰਹੀ ਸੀਗੀ ਔਰ ਬੇਸ਼ੁਮਾਰ ਬਾਰਿਸ਼ ਸੀਗੀ, ਬੱਦਲ ਗਰਜ ਰਿਹਾ ਸੀ ਪੂਰਾ, ਮੌਸਮ ਦੀ ਖਰਾਬੀ ਵੀ ਸੀ ਪੂਰੀ। ਜਿੱਥੇ ਪੰਡਾਲ ਸੀਗਾ ਉੱਥੇ ਕੁਰਸੀਆਂ ਸਾਰੀਆਂ ਖਾਲੀ ਸੀ। ਵੀਡੀਓ ਵੀ ਦਿਖਾ ਰਹੇ ਆ ਕਿ ਉਹਦੇ 'ਚ ਕੋਈ ਵੀ ਦੇਖਣ ਲਈ ਜਾਂ ਸੁਣਨ ਲਈ ਕੁਛ ਨਹੀਂ ਹੈਗਾ। ਪਰ ਉਦੋਂ ਬਾਅਦ ਪ੍ਰਧਾਨ ਮੰਤਰੀ ਤਾਂ ਅੱਗੇ ਨਹੀਂ ਵਧੇ, ਪਰ ਉਹ ਪੰਡੂਲ ਸਾਰਾ ਉੱਜੜ ਗਿਆ। ਪੰਡਾਲ ਵਿੱਚ ਕੋਈ ਕਿਸੇ ਪਾਸੇ ਨਹੀਂ ਆਇਆ। ਹੁਣ ਜਿਹੜੀ ਐਕਸ਼ਨ ਰਿਪੋਰਟ ਇਹਨਾਂ ਨੇ ਕਿਹਾ, ਭਗਵੰਤ ਮਾਨ ਨੇ ਕਹਿ ਦਿੱਤਾ ਉਹਨਾਂ ਨੂੰ ਕਿ ਤੁਸੀਂ ਥੋੜ੍ਹਾ ਜਿਹਾ ਜ਼ੇਰਾ ਕਰੋ, ਮੈਂ ਇਹਦੇ ਲਈ ਸਾਰਾ ਕੁਛ ਇਨਕੁਆਇਰੀ ਚੱਲ ਰਹੀ ਆ। ਮੈਂ ਕੰਪੇਨ ਬਣਾਤੀ ਹੈ ਪੰਜਾਬ ਵਿੱਚ, ਸਾਰੇ ਕਮੇਟੀਆਂ ਬਣਾਤੀਆਂ। ਉਹ ਇਸ ਵੇਲੇ ਜਿਹੜੀਆਂ ਪੁਲਿਸ ਦੀਆਂ ਕਮੇਟੀਆਂ, ਉਹਨਾਂ ਨੇ ਰੇਡ ਵੀ ਕੀਤੇ ਆ। ਉਹਨਾਂ ਨੇ ਆ ਕੇ ਸਾਰੇ ਲੋਕਾਂ ਤੋਂ ਪੁੱਛਿਆ ਵੀ ਹੈ, ਕੁਝ ਲੋਕਾਂ ਤੱਕ ਉਹ ਅਜੇ ਪੁੱਛ ਪੜਤਾਲ ਕਰ ਰਹੇ ਆ ਔਰ ਕੁਛ ਤਾਂ ਅੱਗੇ ਇਹਨਾਂ ਇਨਕੁਆਇਰੀ ਹੋ ਗਈ ਸੀ, ਕਮੇਟੀ ਵੀ ਬਣੀ ਸੀ, ਉਹਦੀ ਰਿਪੋਰਟ ਵੀ ਲੈ ਲਈ ਉਹਨਾਂ ਨੇ। ਰੀਸੈਂਟਲੀ ਉਹਨਾਂ ਨੇ ਫਿਰ ਆ ਕੇ ਸਾਰਿਆਂ ਮਹਿਕਮਿਆਂ ਵਿੱਚ ਦੇਖਿਆ ਕਿ ਕਿਹੜੇ ਮਹਿਕਮੇ ਉਦੋਂ ਉਹਦੇ ਵਿੱਚ ਡਿਊਟੀ ਸੀ ਉਹਨਾਂ ਦੀ। ਮੀਡੀਆ ਵੀ ਉਹਦੇ ਵਿੱਚ ਇਨਵੋਲਵ ਸੀ, ਮੀਡੀਆ ਵੀ ਆ ਗਿਆ ਸੀ। ਮੀਡੀਆ ਨੇ ਤਾਂ ਆ ਕੇ ਉੱਥੇ ਕੈਮਰੇ ਕੁਮਰੇ ਲਾਏ, ਸਾਰਾ ਕੁਛ ਹੈਗਾ। ਦੂਰਦਰਸ਼ਨ ਕੇਂਦਰ ਜਲੰਧਰ ਦੇ ਵੀ ਸਾਰਾ ਉੱਥੇ ਪਹੁੰਚੇ ਸੀ, ਕਿਉਂਕਿ ਪ੍ਰਾਈਮ ਮਿਨਿਸਟਰ ਆ ਰਿਹਾ ਔਰ ਉਹਦੇ ਵਿੱਚ ਉਹਨਾਂ ਨੇ ਸਾਰੀ ਵੀਡੀਓ ਵੀ ਬਣਾਈਆਂ, ਸਾਰੇ ਪਾਸੇ ਵੇਖਿਆ ਗਿਆ। ਪਰ ਇਸ ਵੇਲੇ ਇਹ ਮਾਮਲਾ ਸੰਜੀਵ ਜੀ ਥੋੜ੍ਹਾ ਜਿਹਾ ਸੰਗੀਨ ਹੋ ਗਿਆ। ਇਸ ਕਰਕੇ ਹੋ ਗਿਆ ਕਿ ਇਸ ਵੇਲੇ ਉਹਨਾਂ ਨੇ ਇਹਨਾਂ ਕੋਲ ਇਹ ਰਿਪਲਾਈ ਜਵਾਬ ਮੰਗ ਲਿਆ ਕਿ ਸਿੱਧਾ ਸਾਨੂੰ ਦੱਸੋ ਕਿੰਨੀ ਇਹ ਜਿਹੜੀ ਨੁਕਸਾਨਬਾਜ਼ੀ ਹੋਈ ਆ, ਜਿਹਦੇ ਵਿੱਚ ਇੰਨੀ ਰਿਸਪੈਕਟ ਨਹੀਂ ਮਿਲ ਸਕੀ ਪ੍ਰਧਾਨ ਮੰਤਰੀ ਸਾਹਿਬ ਨੂੰ ਤਾਂ ਆ ਕੇ। ਔਰ ਪੈਸਾ ਕਿੰਨਾ ਖਰਚਾ ਹੋਊਗਾ ਜਦੋਂ ਆ ਰਿਹਾ, ਹਵਾਈ ਜਹਾਜ਼ ਚੱਲ ਰਿਹਾ, ਮਸ਼ੀਨਰੀ ਚੱਲ ਰਹੀ ਆ, ਤਾਂ ਲੋਕ ਦੌੜੇ ਜਾ ਰਹੇ ਆ, ਪੰਡਾਲ ਲੱਗੇ ਆ, ਲੰਗਰ ਲੱਗੇ ਆ, ਖਾਣ ਪੀਣ ਦਾ ਪੂਰਾ ਪੰਜਾਬ ਇਨਵੋਲਵ ਹੈ। ਪਰ ਉਹ ਇੱਕ ਵੀ ਸ਼ਬਦ ਇੱਥੇ ਨਹੀਂ ਕਹਿ ਸਕੇ, ਕਿਉਂਕਿ ਇਲੈਕਸ਼ਨ ਵੀ ਸੀਗੀ, ਇਲੈਕਸ਼ਨ ਲਈ ਵੀ ਆਏ ਹੋ। ਬੀਜੇਪੀ ਦੇ ਸਾਰੇ ਜਿੰਨੇ ਵੀ ਨੇਤਾ ਨੇ ਉਹ ਬਿਲਕੁਲ ਬੜੇ ਨਾਰਾਜ਼ ਸੀਗੇ। ਉਦੋਂ ਕਾਂਗਰਸ ਦਾ ਰਾਜ ਸੀ, ਉਦੋਂ ਚੰਨੀ ਸਾਹਿਬ ਦੀ ਆਪਣੀ ਸਰਕਾਰ ਸੀਗੀ ਔਰ ਇਹਦਾ ਕਰਕੇ ਇਹ ਮੁੱਦਾ ਅਜੇ ਉੱਥੇ ਦਾ ਉੱਥੇ ਲਟਕਿਆ ਪਿਆ ਵਾ। ਹੁਣ ਦੇਖੋ ਇਹਦਾ ਕੀ ਅੱਗੇ ਬਣਦਾ। ਜੇ ਭਗਵੰਤ ਮਾਨ ਥੋੜ੍ਹਾ ਬਹੁਤ ਐਕਸ਼ਨ ਲੈ ਕੇ ਚੰਗੇ ਤਰੀਕੇ ਨਾਲ, ਜੇ ਬਚਾਈ ਵਾਲਾ ਕੇਸ ਹੋ ਗਿਆ ਤਾਂ ਹੋ ਸਕਦਾ ਉਹ ਬਚ ਵੀ ਸਕਦੇ ਆ। ਇਨਵੋਲਵਮੈਂਟ ਤਾਂ ਕਿਸੇ ਨਾ ਕਿਸੇ ਪਾਸੇ ਹੋ ਸਕਦੀ ਹੈ। ਐਗਜ਼ੈਕਟਲੀ, ਕਿਉਂਕਿ ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਫਿਕਸ ਹੋਏਗੀ ਜੀ, ਕੋਈ ਨਾ ਕੋਈ ਇਹਦੇ ਵਿੱਚ ਸਜ਼ਾ ਪਾਏਗਾ ਤਾਂ ਜਾ ਕੇ ਇਹ ਮਾਮਲਾ ਜਿਹੜਾ ਹੈ ਨਾ ਉਹ ਨਜਿੱਠਿਆ ਜਾਏਗਾ। ਅਦਰਵਾਈਜ਼ ਇਹ ਮਾਮਲਾ ਲਟਕਦਾ ਰਹਿਣਾ। ਪ੍ਰਾਈਮ ਮਿਨਿਸਟਰ ਦਾ ਕੰਮ ਹੈ ਨਾ, ਸਾਨੂੰ ਫਿਰ ਉਹਨਾਂ ਨਾਲ। ਪਰ ਇਹਨੇ ਭਗਵੰਤ ਮਾਨ ਨੇ ਕਹਿਤਾ ਕਿ ਮੈਂ ਜਦੋਂ ਇੱਥੇ ਰਾਜ ਭਾਗ ਚਲਾ ਰਿਹਾ, ਰਾਸ਼ਟਰਪਤੀ ਵੀ ਆਏ ਇੱਥੇ, ਮੁਰਮੂ ਜੀ ਆਏ, ਮੱਥਾ ਟੇਕ ਕੇ ਗਏ ਦਰਬਾਰ ਸਾਹਿਬ। ਉਸ ਤੋਂ ਬਾਅਦ ਗ੍ਰਹਿ ਮੰਤਰੀ ਵੀ ਪਹੁੰਚੇ ਇੱਥੇ ਔਰ ਪ੍ਰਧਾਨ ਮੰਤਰੀ ਵੀ ਇੱਥੇ ਆ ਚੁੱਕੇ ਆਂਦੇ। ਉਦੋਂ ਤਾਂ ਕੋਈ ਹੋਇਆ ਨਹੀਂ, ਉਦੋਂ ਕਿਉਂ ਹੋਇਆ?
ਹੁਣ ਇਹ ਅੰਤਰ, ਇਹ ਪਾੜਾ, ਇਹ ਸਾਰਾ ਜਿਹੜਾ ਨੁਕਸਾਨ ਆ ਜਾਂ ਇਹ ਸਾਰਾ ਕੁਝ ਪੈਸਾ ਖਰਚਿਆ ਗਿਆ, ਇਹਦਾ ਕੁਛ ਨਾ ਕੁਛ ਇਹਦੇ ਪਿੱਛੇ ਬੈਕਗਰਾਉਂਡ ਹੈਗੀ ਆ, ਕੁਛ ਨਾ ਕਿਸੇ ਦੀ ਸਾਜ਼ਿਸ਼ ਤੇ ਹੈ ਜਾਂ ਰੀਜ਼ਨਸ ਤੇ ਲੱਭਣੇ ਪੈਣਗੇ, ਕਿਉਂਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮਾਮਲਾ ਔਰ ਸਾਡਾ ਜਿਹੜਾ ਸਟੇਟ ਹੈ ਉਹ ਇੱਕ ਬਾਰਡਰ ਸਟੇਟ ਹੈ। ਹਾਂ, ਔਰ ਇਹ ਸਾਰੀਆਂ ਚੀਜ਼ਾਂ ਪਾਕਿਸਤਾਨ ਤਾਂ ਗਏ ਨਹੀਂ, ਆਪਣੇ ਦੇਸ਼ 'ਚ ਆਏ ਆ, ਉਹਨਾਂ ਦਾ ਰਾਜ ਆ, ਪੂਰਾ ਰਾਜ ਭਾਗ ਦੇ ਮਾਲਕ। ਸੀਰੀਅਸ ਮੈਟਰ ਹੈ। ਹਾਂ, ਔਰ ਕਿਸੇ ਨਾ ਕਿਸੇ ਦੀ ਰਿਸਪੌਂਸਿਬਿਲਟੀ ਫਿਕਸ ਹੋਈ, ਕਿਸੇ ਨਾ ਕਿਸੇ ਨੂੰ ਸਜ਼ਾ ਮਿਲਣੀ ਹੈ। ਅੱਗੇ ਤੋਂ ਇਦਾਂ ਦਾ ਮਸਲਾ ਫਿਰ ਮਸਲਾ ਜਿਹੜਾ ਹੈ ਨਾ, ਇਹਨੂੰ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਣਾ ਹੈ, ਤਾਂ ਹੀ ਨਜਿੱਠਿਆ ਜਾਣਾ ਹੈ ਜ਼ਰੂਰ। ਸੋ ਰਾਹੁਲ ਗਾਂਧੀ ਦੇ ਬਿਆਨ ਔਰ ਉਹਦੇ ਉੱਤੇ ਸੰਸਦ ਦੇ ਵਿੱਚ ਬਜਟ ਸੈਸ਼ਨਸ ਦੇ ਵਿੱਚ ਹੰਗਾਮਾ, ਔਰ ਦੋਵੇਂ ਧਿਰਾਂ ਆਪਸ 'ਚ ਭਿੜ ਪਈਆਂ ਨੇ। ਲੋਕਤੰਤਰ ਦੇ ਉੱਤੇ ਕਹਿੰਦੇ ਨੇ ਇਹ ਚੋਟ ਮਾਰੀ ਗਈ ਹੈ, ਸੱਟ ਮਾਰੀ ਗਈ ਹੈ। ਖੜਕੇ ਸਾਹਿਬ ਕਹਿੰਦੇ ਨੇ ਕਿ ਤੁਸੀਂ ਆਪ ਲੋਕਤੰਤਰ ਨੂੰ ਖਰਾਬ ਕਰਦੇ ਹੋ, ਤੇ ਰਾਹੁਲ ਗਾਂਧੀ ਜੇ ਸੱਚਾਈ ਬੋਲਦੇ ਨੇ ਤੇ ਤੁਸੀਂ ਉਹਨਾਂ ਨੂੰ ਨਿੰਦਾ ਕਰਦੇ ਹੋ। ਇਹ तमाम ਗੱਲਾਂ ਸਾਹਮਣੇ ਆ ਰਹੀਆਂ ਨੇ। ਇਹ ਜਦੋਂ ਇਹ ਬ੍ਰਿਟੇਨ ਗਏ, ਇੰਗਲੈਂਡ, ਲੰਡਨ 'ਚ ਇਹਨਾਂ ਨੇ ਉੱਥੇ ਭਾਸ਼ਣ ਵੀ ਦਿੱਤਾ, ਰਿਕਾਰਡਿੰਗ ਵੀ ਹੋਈਆਂ। ਉਹਦੇ ਵਿੱਚ ਇਹਨਾਂ ਨੇ ਕਈ ਥਾਈਂ ਇੱਦਾਂ ਦੇ ਐਲਾਨ ਕੀਤੇ, ਔਰ ਉਹਦੇ ਵਿੱਚ ਲੋਕਤੰਤਰ ਨੂੰ ਥੋੜ੍ਹਾ ਜਿਹਾ ਨੇ ਭੰਡਿਆ, ਇੰਡੀਆ ਦੇ ਲੋਕਤੰਤਰ ਨੂੰ, ਸਰਕਾਰਾਂ ਨੂੰ ਵੀ। ਉਹਦੇ ਵਿੱਚ ਵਿਕਾਸ ਜਿਹੜਾ ਹੋ ਰਿਹਾ, ਕਾਗਜ਼ੀ ਵਿਕਾਸ ਹੋ ਰਿਹਾ, ਉਹਦੇ 'ਚ ਇਹ ਵੀ ਕਿਹਾ ਗਿਆ ਉਹਨਾਂ ਨੇ। ਔਰ ਉਹਨਾਂ ਨੇ ਕਿਹਾ ਕਿ ਦੇਸ਼ ਜਿਹੜਾ ਹੁਣ ਢਹਿੰਦੀਆਂ ਕਲਾ ਵੱਲ ਨੂੰ ਡਿੱਗ ਰਿਹਾ। ਔਰ ਜਦੋਂ ਆਉਂਦਾ, ਮੈਨੂੰ ਇਸ ਕਰਕੇ ਪਤਾ ਲੱਗਾ ਕਿ ਮੈਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ। ਮੈਂ ਕੋਨੇ-ਕੋਨੇ ਤੱਕ ਇੰਡੀਆ ਦੇ ਗਿਆ, ਮੈਂ ਪਤਾ ਕੀਤਾ, ਕਿਉਂਕਿ ਇੱਕ ਨੈਸ਼ਨਲ ਪਾਰਟੀ ਦੇ ਨੇਤਾ ਵਾ, ਇਹਨਾਂ ਦਾ ਫਰਜ਼ ਤਾਂ ਬਣਦਾ ਸਾਰੇ ਲੋਕਾਂ ਨੂੰ ਮਿਲਣਾ, ਪਤਾ ਵੀ ਕਰਨਾ ਚਾਹੀਦਾ। ਔਰ ਇਹਦਾ ਮੈਂ ਆਦਿਵਾਸੀਆਂ ਦੇ ਕੁਝ ਕਬੀਲਿਆਂ ਨੂੰ ਮਿਲਿਆ, ਉਹ ਕਹਿੰਦਾ ਉਹਨਾਂ ਨੇ ਰੋ ਰੋ ਕੇ ਸਾਰੀ ਵਿਥਿਆ ਦੱਸੀ ਹੈ ਮੇਰੇ ਲਈ ਕਿ ਭਾਰਤ 'ਚ ਕੀ ਹੋ ਰਿਹਾ ਤੇ ਸਾਨੂੰ ਕੀ ਮਿਲ ਰਿਹਾ। ਅਸੀਂ ਛੱਤਾਂ ਤੋਂ ਊਣੇ ਆ, ਸਾਨੂੰ ਬਗੋਚਾ ਰਹਿਣ ਦਾ, ਖਾਣ ਪੀਣ ਦਾ ਬਗੋਚਾ, ਕਿਸੇ ਚੀਜ਼ ਦੇ ਤੱਕ ਅਸੀਂ ਨਹੀਂ ਪਹੁੰਚ ਸਕੇ। ਔਰ ਇਹਦੇ ਵਿੱਚ ਇਹਨਾਂ ਨੇ ਜਵਾਬ 'ਚ ਕਿਹਾ, ਜਿਹੜੀ ਬੀਜੇਪੀ ਦੇ ਨੇਤਾ ਨੇ, ਉਹਨਾਂ ਨੇ ਕਿਹਾ ਕਿ ਜੇ ਲੋਕਤੰਤਰ ਨੂੰ ਤੁਸੀਂ ਭੰਡ ਰਹੇ ਜੇ, ਤੇ ਲੋਕਤੰਤਰ ਨਾ ਹੁੰਦਾ ਤੇ ਵੋਟਾਂ ਕਿੱਦਾਂ ਪੈਂਦੀਆਂ, ਤੇ ਤੁਸੀਂ ਕਿੱਦਾਂ ਨੇਤਾ ਬਣਦੇ। ਇਹ ਲੋਕਤੰਤਰ ਦਾ ਸਾਰਾ ਕੁਝ ਹੈਗਾ, ਸੰਵਿਧਾਨ ਦੀ ਗੱਲ ਹੈਗੀ ਆ। ਜੋ ਸੰਵਿਧਾਨ ਦੇ ਵਿੱਚ ਤਾਣਾ ਬਾਣਾ ਬਣਿਆ ਹੈਗਾ, ਉਹਨੂੰ ਤੁਸੀਂ ਇਸ ਤਰੀਕੇ ਨਾਲ ਨਾ ਆਲੋਚਨਾ ਕਰੋ। ਔਰ ਉਹਦੇ ਵਿੱਚ ਇਹਨਾਂ ਦੇ ਖੜਕੇ ਸਾਹਿਬ ਨੇ ਜਵਾਬ ਦਿੱਤਾ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਬਿਲਕੁਲ ਸੱਚ ਹੈ। ਬਲਡੋਜ਼ਰ ਵੀ ਚੱਲ ਰਹੇ ਆ, ਜ਼ਮੀਨਾਂ ਵੀ ਤੋੜੀਆਂ ਤੁਸੀਂ, ਲੋਕਾਂ ਦੇ ਕਬਜ਼ੇ ਵੀ ਲਾ ਕੇ ਤੁਸੀਂ ਬਹਿ ਗਏ ਜੇ, ਔਰ ਤੁਸੀਂ ਜੋ ਕੁਝ ਚਾਹੁੰਦੇ ਜੇ ਭਾਰਤ ਤੱਕ ਪਹੁੰਚਾਉਣਾ, ਉਹ ਤੁਹਾਡਾ ਗੱਲਾਂ ਨਾਲ ਹੀ ਹੋ ਰਿਹਾ, ਤੁਸੀਂ ਉਹ ਪੂਰਾ ਨਹੀਂ ਕੀਤਾ। ਔਰ ਸੰਪਤੀ ਪੂਰੀ ਦੀ ਪੂਰੀ ਜਾਇਦਾਦ ਵੇਚ ਦਿੱਤੀਆਂ ਤੁਸੀਂ ਸਾਰਿਆਂ ਨੇ। ਓਪੋਜੀਸ਼ਨ ਔਰ ਉਹਨਾਂ ਦੇ ਬਰਾਬਰ ਦੀ ਪਾਰਟੀ ਹੈ, ਉਹਨਾਂ ਦਾ ਬੋਲਣਾ ਤਾਂ ਬਣਦਾ ਹੈ। ਜੋ ਗਲਤ ਹੋ ਰਿਹਾ ਉਹ ਨਹੀਂ ਬੋਲਣਗੇ ਤਾਂ ਫਿਰ ਲੋਕਾਂ ਤੱਕ ਕਿਸ ਤਰ੍ਹਾਂ ਗੱਲ ਜਾਊਗੀ, ਕਿਉਂਕਿ ਉਹ ਵਾਚ ਕਰਦੇ ਹਰ ਚੀਜ਼ ਨੂੰ, ਮਿਨਿਊਟਲੀ ਹਰ ਨੇੜੇ ਹੋ ਕੇ ਤੱਕਦੇ ਆ। ਔਰ ਜੋ ਕੁਝ ਉਹਨਾਂ ਨੇ ਬ੍ਰਿਟੇਨ 'ਚ ਜਾ ਕੇ ਬੋਲਿਆ, ਉਹ ਰਿਸ਼ੀ ਸੁਨਕ ਹੋਰਾਂ ਨੂੰ ਵੀ ਪਤਾ ਲੱਗਾ, ਉਹਨਾਂ ਨਾਲ ਵੀ ਗੱਲਬਾਤ ਹੋਈ ਇਹਨਾਂ ਦੀ, ਕਿਉਂਕਿ ਬਰਾਬਰ ਦੇ ਅਧਿਕਾਰੀ ਆ, ਬਰਾਬਰ ਦੇ ਨੇਤਾ। ਔਰ ਉਹਦੇ ਨਾਲ ਉਹ ਇੰਡੀਆ ਨਾਲ ਤਾਂ ਵੈਸੇ ਪਿਆਰ ਉਹਨਾਂ ਦਾ, ਕਿਉਂਕਿ ਮੂਲ ਨਿਵਾਸੀ ਇੰਡੀਆ ਦੇ ਹੀ ਆ। ਔਰ ਉਹਦਾ ਕਰਕੇ ਜਦੋਂ ਉੱਥੇ ਖਲਬਲੀ ਮੱਚੀ ਆ, ਉਹਦੇ ਬਾਅਦ ਸੈਸ਼ਨ ਸ਼ੁਰੂ ਹੋਇਆ। ਸੈਸ਼ਨ 'ਚ ਫਿਰ ਇਹਨਾਂ ਦਾ ਘਮਸਾਨ ਦਾ ਯੁੱਧ ਹੋਇਆ ਦੋਨਾਂ ਧਿਰਾਂ ਦਾ। ਉਹਦੇ ਵਿੱਚ ਉਹ ਵੀ ਬੋਲੇ ਆ, ਬੀਜੇਪੀ ਵਾਲੇ ਵੀ, ਆਪੋਜੀਸ਼ਨ ਵੀ ਬੋਲੀ ਆ। ਔਰ ਬੋਲਣ ਤੋਂ ਬਾਅਦ ਲੋਕਾਂ ਨੇ ਉਹ ਨਜ਼ਾਰਾ ਵੇਖਿਆ ਵੀ ਕੀ ਕੁਛ ਹੋ ਰਿਹਾ ਤੇ ਕੀ ਕੁਛ ਕਰਨਾ ਚਾਹ ਰਹੇ ਆ। ਇਹਨਾਂ ਨੇ ਸਿੱਧਾ ਕਹਿਤਾ ਕਿ ਵਿਕਾਸ ਜ਼ੀਰੋ ਹੈ ਇੱਥੋਂ ਦਾ, ਇੰਡੀਆ ਦਾ ਗਰੋਥ ਰੇਟ ਜਿਹੜਾ ਉੱਥੋਂ ਤੱਕ ਨਹੀਂ ਪਹੁੰਚਿਆ ਜਿਹੜਾ ਸਾਡੇ ਟਾਈਮ 'ਤੇ ਪਹੁੰਚਿਆ, ਜੋ ਮਨਮੋਹਨ ਸਿੰਘ ਸਰਕਾਰ ਨੇ ਜੋ ਕਰ ਦਿੱਤਾ। ਔਰ ਉਹ ਕਹਿਣਾ ਬਣਦਾ ਹੀ ਆ, ਕਿਉਂਕਿ ਉਹਨਾਂ ਨੇ ਆਪਣਾ ਪੂਰਾ ਜਿਹੜਾ ਪਾਸਟ ਆ ਉਹਦੇ ਬਾਰੇ ਦੱਸਣਗੇ, ਔਰ ਭਵਿੱਖ ਬਾਰੇ ਦੱਸਣਗੇ, ਜੋ ਕੁਝ ਹੋਇਆ ਜਾਂ ਜਿਹੜਾ ਹੁਣ ਪ੍ਰੈਜ਼ੈਂਟ ਹੈਗਾ ਜਿਹਦੇ ਵਿੱਚ ਇਹ ਗੁਜ਼ਰ ਰਹੀ ਹੈ ਸਰਕਾਰ। ਉਹਨਾਂ ਕਿਹਾ ਇਹਦੇ ਵਿੱਚ ਕੀ ਹੈਗਾ, ਕੀ ਕੁਝ ਲੋਕਾਂ ਨੂੰ ਦੇ ਦਿੱਤਾ। ਪਬਲਿਕ ਤੁਹਾਡੀ ਸਹੂਲਤਾਂ ਦੇ ਲਈ ਉਸੇ ਤਰ੍ਹਾਂ ਤਰਲੇ ਲੈ ਰਹੀ ਹੈ, ਤੁਸੀਂ ਉਹਨਾਂ ਤਰਲਿਆਂ ਨੂੰ ਸੁਣ ਲਓ, ਤਰਾਸਦੀ ਨਾ ਉਹਨਾਂ 'ਤੇ ਕਰੋ, ਲੋਕਾਂ ਨੂੰ ਬਚਾਓ ਜਿਹੜੇ ਲੋਕ ਵਿਚਾਰੇ ਗਰੀਬੀ 'ਚੋਂ ਗੁਜ਼ਰ ਰਹੇ ਆ। ਹੁਣ ਦੇਖੋ ਕਾਂਗਰਸ ਜਦੋਂ ਆਉਂਦੀ ਆ ਉਹ ਕੀ ਕਰਦੀ ਹੈ ਤੇ ਇਹ ਕੀ ਕਰਦੇ ਆ, ਰੋਂਦੇ ਲੋਕ ਉਦੋਂ ਵੀ ਆ ਤੇ ਰੋਂਦੇ ਹੁਣ ਵੀ ਆ। ਇਸੇ ਤਰ੍ਹਾਂ ਹੀ ਪੰਜਾਬ ਦੀ ਰਹੀ ਹਾਲਤ। ਪੰਜਾਬ ਵਿੱਚ ਜੇ ਕੁਝ ਮਿਲਿਆ, ਸਾਰਾ ਕੁਝ ਮਿਲਿਆ, ਤੇ ਲੋਕ ਅਜੇ ਫਿਰ ਨਾਰਾਜ਼ ਆ। ਇਸ ਕਰਕੇ ਨਾਰਾਜ਼ ਆ। ਆਪੋਜੀਸ਼ਨ ਕਹਿੰਦੀ ਹੈ ਕਿ ਆਹ ਚੀਜ਼ਾਂ ਜਿਹੜੀਆਂ ਹੈਗੀਆਂ, ਬੀਬੀਆਂ ਨੂੰ 1000 ਰੁਪਏ ਜਿਹੜਾ ਦੇਣਾ ਸੀ ਉਹ ਅਜੇ ਤੱਕ ਤੁਸੀਂ ਦਿੱਤਾ ਕੋਈ ਨਹੀਂ। ਜਿਹੜੀਆਂ ਸ਼ਗਨ ਦੀਆਂ ਸਕੀਮਾਂ ਕੁੜੀਆਂ ਦੇ ਵਿਆਹ ਦੀਆਂ, ਅਜੇ ਤੱਕ 5100 ਰੁਪਈਆ ਨਹੀਂ ਮਿਲਿਆ ਬੱਚਿਆਂ ਨੂੰ। ਕਿੱਥੋਂ ਤੱਕ ਜਾਊਗਾ 51000 ਜਿਹੜਾ ਦੇਣਾ ਇਹਨਾਂ ਨੇ? ਹਾਂ, ਖਜ਼ਾਨੇ 'ਚ ਪੈਸਾ ਕਿੱਥੇ ਹੈਗਾ, ਲੋਕਾਂ ਨੂੰ ਵੀ ਇਹ ਦੇਖਣਾ ਚਾਹੀਦਾ ਹੈ ਨਾ। ਜੀ, ਸਰਕਾਰ ਵੀ ਸੱਚੀ, ਸਹੀ ਗੱਲ, ਪੈਸਾ ਤਾਂ ਹੈ ਨਹੀਂ, ਇਹ ਗੱਲ ਬਿਲਕੁਲ ਦਿੱਤਾ ਜਾਵੇ। ਬਲਕਿ 16 ਨਹੀਂ ਗੱਲ ਤੁਹਾਡੀ। ਲੋਕਾਂ ਨੂੰ ਇਹ ਵੀ ਕਹਿਣਾ ਚਾਹੀਦਾ ਜਿਹੜਾ ਤੁਸੀਂ ਬਿਜਲੀ ਮਾਫ ਕੀਤੀ ਹੈ ਨਾ, ਇਹ ਵੀ ਰੱਬ ਦਾ ਵਾਸਤਾ ਰਹਿਣ ਦਿਓ। ਕਿਤੇ ਇਹ ਨਾ ਹੋਵੇ ਕਿ ਜਿਹੜਾ ਥੋੜਾ ਬਹੁਤ ਕੰਮ ਚੱਲਦਾ ਉਹ ਵੀ ਕਿਤੇ ਠੱਪ ਨਾ ਹੋ ਜਾਵੇ। ਅੱਗੇ ਗਰਮੀਆਂ ਆਉਣੀਆਂ ਨੇ, ਇੰਨੀ ਬਿਜਲੀ ਕਿੱਥੋਂ ਲਿਆਉਣੀ ਹੈ? ਫ੍ਰੀ ਵਰਤੋਂ ਜ਼ਿਆਦਾ ਹੋ ਰਹੀ, ਬਿਜਲੀ ਬੋਰਡ ਦਾ ਹੀ ਕੰਮ ਖਰਾਬ ਨਾ ਹੋ ਜਾਏ। ਸੋ ਇਹ ਵੀ ਧਿਆਨ ਰੱਖਣਾ ਚਾਹੀਦਾ। ਜਦੋਂ ਆਪਾਂ ਬਿੱਲ ਦੇਨੇ ਉਹ ਤਾਂ ਆਪਾਂ ਵੇਨੇ ਮੀਟਰ ਵਾਲੇ ਕਿੰਨੇ ਯੂਨਿਟ ਚਲੇ ਗਏ, ਹੁਣ ਕੋਈ ਨਹੀਂ ਯੂਨਿਟ ਹਲਵੇਂਦਾ, ਹੁਣ 600 ਯੂਨਿਟ ਹਲਵੇਂਦੇ। ਸਾਨੂੰ ਫ੍ਰੀ ਦੀ ਚੀਜ਼ ਬੜੀ ਵਧੀਆ ਲੱਗਦੀ ਹੈ, ਪਤਾ ਨਹੀਂ ਕੀ ਗੱਲ ਹੈ। ਉਹ ਦੁੱਧ ਵਾਲਾ ਜਦੋਂ ਦੁੱਧ ਪਾਉਂਦਾ ਹੈ ਨਾ, ਉਹ ਜਿਹੜਾ ਮਾੜਾ ਜਿਹਾ ਉੱਤੇ ਪਾਉਂਦਾ ਉਹ ਸਾਨੂੰ ਬੜਾ ਸਵਾਦ ਲੱਗਦਾ ਹੈ। ਹਾਂ, ਜੇ ਗੋਲ ਗੱਪੇ ਖਾਂਦੇ ਹੋ ਨਾ 5 ਦੀ ਥਾਂ ਤੇ ਜੇ 6ਵਾਂ ਉਹ ਗਲਤੀ ਨਾਲ ਤੁਹਾਨੂੰ ਦੇ ਦੇਵੇ, ਜਿਹੜਾ ਤੁਹਾਡਾ ਬਣਦਾ ਨਹੀਂ ਹੈਗਾ ਪੇਮੈਂਟ ਦੇ ਮੁਤਾਬਿਕ, ਉਹ 6ਵਾਂ ਬੜਾ ਸਵਾਦ ਲੱਗੇਗਾ। ਪਰ ਇਹਦੇ ਵਿੱਚ ਜਿਹੜੀ ਦੁੱਧ ਦੀ ਗੱਲ ਕੀਤੀ ਨਾ, ਦੋਜੀ ਜੇ ਦੁੱਧ ਪਾ ਰਿਹਾ
ਜੇ ਤਾਂ ਬਾਹਰ ਕੱਢ ਕੇ ਜਿਹੜਾ 1 ਲੀਟਰ ਜਾਂ 1 ਕਿਲੋ ਦਾ ਦੁੱਧ ਹੈਗਾ ਭਾਂਡਾ ਉਹ 'ਚ ਪਾ ਰਿਹਾ, ਉੱਤੋਂ ਦੀ ਨੱਕੋ ਨੱਕ ਭਰਦਾ ਤੇ ਪਾ ਰਿਹਾ ਹੈ ਨਾ। ਜੇ ਕੁੱਤੇ ਮਾਸਾ ਪੂਰਾ ਪਾਉਂਦਾ ਤਾਂ ਉਹਦਾ ਕੋਈ ਲੋੜ ਨਹੀਂ, ਪਰ ਜਦੋਂ ਵਿੱਚੋਂ ਡਰਮ 'ਚੋਂ ਪਾ ਰਿਹਾ, ਜੋ ਡਰਮ 'ਚੋਂ ਪਾ ਕੇ ਟੇਢਾ ਜਿਹਾ ਪਾ ਰਿਹਾ, ਉਹਦੇ ਵਿੱਚ ਉਹ ਤੁਹਾਡਾ ਉਹ ਨਹੀਂ ਭਰਿਆ, ਪੂਰਾ ਨਹੀਂ ਭਰਿਆ, ਉਹਨੂੰ ਟੇਢਾ ਕਰਕੇ ਪਾ ਰਿਹਾ, ਟੇਢਾ ਕਰਕੇ ਪਾ ਰਿਹਾ। ਜਦੋਂ 5-4 ਪਾਊਗਾ ਉਹ 'ਚ ਤੁਹਾਡਾ ਪਾਈਆ ਦੁੱਧ ਤਾਂ ਆਉਣਾ ਹੀ ਨਹੀਂ। ਇਹ ਵੀ ਹੇਰਾ ਫੇਰੀ ਹੈਗੀ ਹੈ, ਉਹ ਲੋਕਾਂ ਨੂੰ ਪਤਾ ਹੁੰਦਾ ਜਿਹੜੇ ਲੋਕ ਵਰਤਦੇ ਆ। ਜੇ ਕੱਪੜੇ ਪ੍ਰੈਸ ਕਰਨ ਵਾਲਾ ਆ ਰਿਹਾ, ਕੱਪੜੇ ਪ੍ਰੈਸ ਕੀਤੇ ਉਹਨੇ, ਕੱਪੜੇ ਪ੍ਰੈਸ ਕਰਕੇ ਉਹਨੇ ਪੂਰੀ ਤਹਿ ਲਾ ਕੇ ਰੱਖ ਦਿੱਤੀ ਹੈ ਔਰ ਕਰੀਜ਼ਾਂ ਬੰਨ੍ਹਤੀਆਂ ਪੈਂਟ ਦੀਆਂ, ਸਾਰਾ ਕੁਛ ਹੈ। ਜੇ ਪੈਂਟ ਵਿੱਚੋਂ ਸੜ ਗਈ ਹੈ ਜਾਂ ਕਮੀਜ਼ ਸੜ ਗਿਆ, ਉਹਨੇ ਤਹਿ ਲਾ ਕੇ ਜਦੋਂ ਘਰ ਵਾਲੇ ਵੇਂਦੇ ਉਦੋਂ ਉਹਦੇ ਸੜਿਆ ਨਿਕਲਿਆ, ਉਹ ਮੰਨਦਾ ਨਹੀਂ, ਕਹਿੰਦਾ ਮੈਨੂੰ ਤਾਂ ਪਤਾ ਨਹੀਂ ਗਾ। ਪਰ ਕਈ ਜਗ੍ਹਾ ਸਿਲਵੱਟਾਂ ਜੀ ਹੈਗੀਆਂ, ਤੁਹਾਨੂੰ ਜਦੋਂ ਸ਼ਰਟ ਪਾਓਗੇ ਤੁਸੀਂ ਆਪ ਪ੍ਰੈਸ ਗਰਮ ਕਰਕੇ ਫਿਰ ਉੱਤੇ ਸਿਲਵੱਟਾਂ ਕੱਢੋਗੇ, ਨਹੀਂ ਤੇ ਨਹੀਂ। ਇਹ 'ਚ ਨਿੱਕੇ ਨਿੱਕੇ ਕੰਮਾਂ 'ਚ ਵੀ ਰਹਿ ਫੇਰੀ ਜੀ। ਹੁਣ 5 ਰੁਪਏ ਸ਼ਰਟ ਦੇ ਰਹੇ ਤੁਸੀਂ, 5 ਰੁਪਏ ਦਿਓਗੇ, 5 ਰੁਪਏ ਰੇਟ ਹੈਗਾ ਇੱਕ ਸ਼ਰਟ ਦਾ। ਫਿਰ ਤੁਸੀਂ ਘਰ ਦੀ ਬਿਜਲੀ ਫਿਰ ਬਾਲੋਗੇ, ਫਿਰ ਉਹਨੂੰ ਦੁਬਾਰਾ ਉਸੇ ਤਰ੍ਹਾਂ ਚਲਾਓਗੇ, ਫਿਰ ਉਹਦੀ ਸਿਲਵੱਟਾਂ ਕੱਢੋਗੇ, ਫਿਰ ਕੰਮ ਕਿੱਥੇ ਰਹਿ ਗਿਆ? ਹਰ ਕੰਮ ਦੇ ਵਿੱਚ ਨੀਅਤ ਖੋਟੀ ਨਾਲ ਨਹੀਂ ਗੱਲ ਚੱਲਦੀ, ਨੀਅਤ ਸੱਚੀ ਨਾਲ ਗੱਲ ਚੱਲੇ ਤਾਂ ਠੀਕ ਹੈਗੀ। ਹਾਲਾਂਕਿ ਭਾਵੇਂ ਨਿੱਕੇ ਨਿੱਕੇ ਬਿਜ਼ਨਸ ਹੀ ਹੈ। ਚਲੋ ਮਤਲਬ ਮੈਂ ਕਹਿ ਰਿਹਾ ਸੀ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ, ਇਸ ਕਰਕੇ ਅਸੀਂ ਆਪ ਹੀ ਮਨਾ ਕਰ ਦਈਏ ਕਿ ਸਾਨੂੰ ਫ੍ਰੀ 'ਚ ਕੁਝ ਨਹੀਂ ਚਾਹੀਦਾ, ਤੁਸੀਂ ਸਰਕਾਰ ਚਲਾਓ, ਅਸੀਂ ਤੁਹਾਡੇ ਨਾਲ ਖੜੇ ਆ। ਤੁਸੀਂ ਅੱਗੇ ਕਿਹਾ 50,000 ਕਰੋੜ ਦਾ ਲੋਨ ਲੈ ਲਿਆ ਨਾ, ਲੋਨ ਲੈਣਾ ਹਾਂ, ਸੈਂਕਸ਼ਨ ਨਹੀਂ ਹੋਇਆ, ਹੋ ਜਾਊਗਾ। ਪਰ ਇਹਦੇ ਵਿੱਚ ਹੈਗਾ ਜੇ 50,000 ਕਰੋੜ ਹੈਗਾ, ਤੇ ਜਦੋਂ ਤੱਕ ਇਹ 5 ਸਾਲ ਗੁਜ਼ਰ ਗਏ ਤਾਂ 50,000 ਕਰੋੜ ਦਾ ਉੱਦਾਂ ਮੂਲ ਰਿਹਾ, ਕਿਸ਼ਤਾਂ ਦਿੰਦੇ ਰਹਿਣਗੇ। ਤੇ ਅਗਲੀ ਸਰਕਾਰ ਜਿਹੜੀ ਆਈ ਉਹਦੇ ਫਿਰ ਪੀਪੇ ਖੜਕਣੇ, ਕਰਜ਼ਿਆਂ ਦੇ ਉੱਤੇ ਚੱਲਦੇ ਪਏ। ਹਾਂ, ਕਰਜ਼ਿਆਂ ਦੇ ਉੱਤੇ ਚੱਲਦੇ ਪਏ। ਔਰ ਮਜ਼ੇ ਦੀ ਗੱਲ ਇਹ ਹੈ ਕਿ ਜਿਹੜਾ ਕਰਜ਼ਾ ਲੈਂਦੇ ਨੇ ਉਹਦੇ ਵਿੱਚ ਵੀ ਸੇਂਧ ਲਾਣੀ ਸ਼ੁਰੂ ਕਰ ਦਿੰਦੇ ਨੇ ਕਿ ਮੈਂ ਆਪਣੀ ਜੇਬ 'ਚ ਕਿਵੇਂ ਪਾ ਲਵਾਂ। ਕਈ ਲੋਕ ਇਦਾਂ ਦੇ ਵਿੱਚ ਬੈਠੇ ਨੇ। ਕੁਝ ਤਾਂ ਬਸ ਕਰੋ, ਹੁਣ ਬਹੁਤ ਹੋ ਗਿਆ, ਹੁਣ ਤਾਂ ਕੰਮ ਚੱਲਣ ਦਿਓ ਗਵਰਨਮੈਂਟ ਦਾ, ਹੁਣ ਤਾਂ ਕੰਮ ਚੱਲਣ ਦਿਓ ਸੂਬੇ ਦਾ, ਹੁਣ ਤਾਂ ਸੂਬੇ ਦੇ ਲੋਕਾਂ ਨੂੰ ਕੁਝ ਖਾ ਪੀ ਲੈਣ। ਜਿਹੜੀ ਤੁਸੀਂ ਗੱਲ ਕੀਤੀ ਕਰਜ਼ੇ 'ਚੋਂ ਪੈਸਾ ਲੈਣਾ, ਇਹ ਹੁੰਦਾ ਵੀ ਮਰੇ ਬੰਦੇ ਦੇ ਨਾ ਜੇਬ ਫਰੋਲਣ ਵਾਲੀ ਗੱਲ ਹੈ। ਮਰ ਗਿਆ ਬੰਦਾ ਤਾਂ ਚੱਲੇ ਹੁਣ ਚਲੇ ਤੇ ਗਿਆ, ਇਹਦਾ ਸੰਸਕਾਰ ਕਰ ਦੇਣਾ, ਇਹਨੂੰ ਦਫਨਾ ਦੇਣਾ, ਘੱਟੋ ਘੱਟ ਜਿਹੜੇ ਵਿੱਚੋਂ ਪੈਸੇ ਉਹ ਤਾਂ ਕੱਢ ਲਈਏ, ਹੈ ਨਾ। ਉਹਦੇ ਵਿੱਚੋਂ ਜਿਹੜਾ ਮੂੰਹ 'ਚ ਰੁਪਈਆ ਪਾਉਂਦੇ ਉਹ ਵੀ ਲੈ ਜਾਂਦੇ ਆ। ਇਹ ਹੁੰਦੀ ਹੈ ਛੋਟੀ ਸੋਚ ਦੀ ਗੱਲ, ਬਿਲਕੁਲ ਛੋਟੀ ਸੋਚ ਹੈ। ਮਤਲਬ ਹੁਣ ਤੇ ਪੰਜਾਬ ਦੇ ਲੋਕਾਂ ਨੂੰ ਖਾ ਪੀ ਲੈਣ ਦਿਓ, ਉਹਨਾਂ ਦਾ ਰੋਜ਼ੀ ਰੋਟੀ ਦਾ ਮਸਲਾ ਹੱਲ ਹੋ ਲੈਣ ਦਿਓ। ਹੁਣ ਤਾਂ ਦੇਸ਼ ਵਾਸੀਆਂ ਨੂੰ ਖਾ ਪੀ ਤਰਸ ਕਰੋ, ਬਿਲਕੁਲ ਰੋਟੀ ਤਾਂ ਖਾ ਲੈਣ ਦਿਓ। ਲੁੱਟ ਖੋਹ ਹੋ ਗਈ ਪੂਰੀ, ਤੁਸੀਂ ਬੜਾ ਕੁਝ ਕਰ ਲਿਆ, ਕੁਝ ਤਾਂ ਤਰਸ ਕਰੋ। ਬਿਲਕੁਲ ਜੀ, ਬਹੁਤ ਜ਼ਿਆਦਾ ਹੋ ਗਿਆ। ਹਾਂ, ਹੁਣ ਆਪਾਂ ਜਾਂਦੇ ਜਾਂਦੇ ਇੱਕ ਸੁਖਾਵਾਂ ਮਾਹੌਲ ਲੈ ਲਈਏ ਜੀ। G20 ਸੰਮੇਲਨ ਜੋ ਅੰਮ੍ਰਿਤਸਰ 'ਚ ਹੋਣਾ ਹੈ, ਅੱਜ ਤੋਂ ਸ਼ੁਰੂ ਹੋ ਰਿਹਾ ਤੇ 20 ਮੁਲਕਾਂ ਦੇ 58 ਡੈਲੀਗੇਟਸ ਆ ਚੁੱਕੇ ਨੇ ਜੀ। ਤੇ ਆਈ ਥਿੰਕ ਕਿ ਕੋਈ ਨਾ ਕੋਈ ਸੁਖਾਵੇਂ ਰਿਜ਼ਲਟ ਨਿਕਲਣਗੇ ਔਰ ਦੁਨੀਆ ਵਿੱਚ ਵਧੀਆ ਸੰਦੇਸ਼ ਜਾਏਗਾ। ਹਾਂ, ਕਿਉਂਕਿ ਇਹ ਅੰਮ੍ਰਿਤਸਰ ਦੀ ਧਰਤੀ ਤੇ ਇਹ ਜਿਹੜਾ G20 ਸੰਮੇਲਨ ਸ਼ੁਰੂ ਹੋ ਗਿਆ ਔਰ ਇਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਗਰਾਊਂਡ ਦੇ ਵਿੱਚ ਪੂਰੇ ਦੇ ਪੂਰਾ ਤੰਬੂ ਕਨਾਥਾਂ ਸਾਰਾ ਪੰਡਾਲ ਸੱਜ ਚੁੱਕਿਆ ਔਰ ਉਹਦੇ ਵਿੱਚ ਜਿੰਨੇ ਵੀ ਅੰਮ੍ਰਿਤਸਰ ਦੇ ਹੋਟਲ ਆ ਸ਼ਿੰਗਾਰ ਦਿੱਤੇ ਗਏ ਆ ਜਿੱਥੇ ਜਿੱਥੇ ਆਉਣਾ। ਔਰ ਡੈਲੀਗੇਟ ਜਿੰਨੇ ਆ ਰਹੇ ਆ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਆ ਕੇ ਨਤਮਸਤਕ ਹੋ ਰਹੇ ਆ, ਸਜਦਾ ਕਰ ਰਹੇ ਉੱਥੇ ਆ ਕੇ। ਸਾਰੇ ਦੇਸ਼ਾਂ ਤੋਂ ਜਿਹੜੇ ਵੀ ਆਏ ਆ, ਪ੍ਰੋਮੀਨੈਂਟ ਲੋਕ ਆਏ ਆ ਔਰ ਕੰਟਰੀ ਵੀ ਅੱਛੀਆਂ ਡਿਵੈਲਪ ਕੰਟਰੀ ਵੀ ਆਈਆਂ ਔਰ ਜਿਹੜੇ ਸੁਪਰ ਕੰਟਰੀ ਆ ਉਹਨਾਂ ਦੇ ਵੀ ਨੁਮਾਇੰਦੇ ਪਹੁੰਚ ਗਏ ਇੱਥੇ ਆ ਕੇ। ਔਰ ਇਹਦੇ ਵਿੱਚ ਇਸ ਵੇਲੇ ਜਿਹੜੀ ਪੁਖਤਾ ਸੁਰੱਖਿਆ ਪ੍ਰਬੰਧ ਨੇ ਉਹ ਪੰਜਾਬ ਪੁਲਿਸ ਨੇ ਬਿਲਕੁਲ ਕਰ ਦਿੱਤੇ ਆਲੇ ਦੁਆਲੇ। ਔਰ ਉਹਨਾਂ ਦੀ ਜਿੰਨੇ ਵੀ ਫਲੈਗ ਮਾਰਚ ਚੱਲ ਪਈ ਉੱਥੇ ਆਲੇ ਦੁਆਲੇ। ਔਰ ਉਹਦੇ ਵਿੱਚ ਜਿੱਧਰ ਵੀ ਆ ਰਹੇ ਆ ਉਹਨਾਂ ਨੂੰ ਪਹਿਲਾਂ ਤਾਂ ਏਅਰਪੋਰਟ ਤੋਂ ਲੈ ਕੇ ਆਉਂਦੇ ਆ, ਫਿਰ ਉਹਨਾਂ ਨੂੰ ਉੱਥੇ ਬਿਠਾ ਕੇ ਆਉਂਦੇ ਆ, ਫਿਰ ਖਾਣੇ ਦਾ ਪ੍ਰਬੰਧ ਜਿਹੜਾ ਹੈਗਾ ਉਹ ਕਰ ਰਹੇ ਆ। ਔਰ ਉਹਦੇ ਵਿੱਚ ਇਹ ਵੀ ਹੈਗਾ ਕਿ ਖਾਸ ਤੌਰ 'ਤੇ ਇਹ ਵੀ ਖਬਰ ਆਈ ਹੈ ਕਿ ਜਿੰਨੇ ਵੀ ਨੁਮਾਇੰਦੇ ਆਏ ਹੋ ਉਹਨਾਂ ਨੇ ਕਿਹਾ ਕਿ ਅਸੀਂ ਸੁਣਿਆ ਇਹ ਹੈਗਾ ਕਿ ਅੰਮ੍ਰਿਤਸਰ ਦਾ ਖਾਣਾ ਬਹੁਤ ਅੱਛਾ ਹੁੰਦਾ ਔਰ ਉਹਦੇ ਲਈ ਬਾਕਾਇਦਾ ਤੌਰ 'ਤੇ ਅੱਛੇ ਹਲਵਾਈ ਜਿਹੜੇ ਅੱਛਾ ਫੂਡ ਬਣਾਉਣਾ ਜਾਣਦੇ ਆ ਉਹ ਵੀ ਤਿਆਰ ਕਰ ਰਹੇ ਆ। ਔਰ ਉਹਦੇ ਵਿੱਚ ਜਿਹੜੇ ਮਸਲੇ ਲੈਣ ਦੇ ਵਿੱਚੋਂ ਹੈ ਐਜੂਕੇਸ਼ਨ ਦਾ ਮਸਲਾ ਖਾਸ ਤੌਰ 'ਤੇ ਲਿਆ ਉਹਨਾਂ ਨੇ। ਔਰ ਉਹਦੇ ਵਿੱਚ ਮਸਲੇ ਇਹ ਵੀ ਹੈਗਾ, ਐਨਵਾਇਰਨਮੈਂਟ ਦਾ ਮਸਲਾ ਵੀ ਹੈਗਾ, ਜਿਹਦੇ ਵਿੱਚ ਕੁਝ ਗਰੀਬੀ ਦਾ ਮਸਲਾ ਵੀ ਹੈਗਾ। ਕਿਹੜੇ ਦੇਸ਼ ਜਿਹੜੇ ਆ ਬਿਲਕੁਲ ਡਾਊਨ ਟੂ ਅਰਥ ਆ, ਬਹੁਤ ਥੱਲੇ ਪਹੁੰਚ ਚੁੱਕੇ ਆ ਔਰ ਜ਼ਮੀਨ ਨਾਲ ਲੱਗੇ ਪਏ ਆ, ਉਹਨਾਂ ਨੂੰ ਉੱਚਾ ਉੱਠਣ ਦੀ ਗੱਲਾਂ ਹੋਣਗੀਆਂ। ਔਰ ਵੇਖੋ ਇਹ ਗੁਰੂ ਸਾਹਿਬਾਨ ਦੀ ਧਰਤੀ ਹੈ, ਇਹਦੇ ਵਿੱਚ ਜੋ ਵੀ ਪੋਜ਼ਿਟਿਵਿਟੀ ਨਾਲ ਹੋਏਗਾ ਕੰਮ ਵਧੀਆ ਤਰੀਕੇ ਨਾਲ ਹੋਊਗਾ, ਇਹਦਾ ਰਿਜ਼ਲਟ ਅੱਛਾ ਹੀ ਨਿਕਲੂਗਾ। ਕਿਉਂਕਿ ਇੱਕ ਬਹੁਤ ਵੱਡਾ ਜਿਹੜਾ ਰੁਤਬੇ ਦਾ ਕੰਮ ਕੀਤਾ ਇਹਨਾਂ ਨੇ, ਬੜਾ ਅੱਛੇ ਸਟੇਟਸ ਦਾ ਕੰਮ ਕੀਤਾ ਕਿ ਇੱਦਾਂ ਦੇ ਦੇਸ਼ਾਂ ਨੂੰ ਇਕੱਠਾ ਕਰਕੇ ਪੰਜਾਬ ਦੀ ਧਰਤੀ 'ਤੇ ਲਿਆਉਣਾ। ਔਰ ਕਿੰਨੇ ਸੂਬੇ ਹੈਗਾ, ਪੰਜਾਬ ਮੋਹਰੀ ਰਿਹਾ ਹੈ ਨਾ, ਪੰਜਾਬ ਸਿੰਧ ਗੁਜਰਾਤ ਮਰਾਠਾ, ਪੰਜਾਬ ਸਭ ਤੋਂ ਪਹਿਲਾਂ ਅੱਗੇ ਆਇਆ। ਨੈਸ਼ਨਲ ਐਂਥਮ 'ਚ ਵੀ ਰਾਸ਼ਟਰੀ ਗੀਤ 'ਚ ਵੀ ਪੰਜਾਬ ਦਾ ਨਾਮ ਵੱਡਾ ਹੈਗਾ। ਪਰ ਆਹ ਜਿਹੜਾ ਸੰਮੇਲਨ ਆ ਇਹਦੇ ਨਾਲ ਵੀ ਸਿਰ ਉੱਚਾ ਹੋ ਗਿਆ ਪੰਜਾਬ ਦਾ। ਉਹ ਵੀ ਪੰਜਾਬ ਦੀ ਜਿਹੜੀ ਪ੍ਰਮੁੱਖ ਧਰਤੀ ਆ ਅੰਮ੍ਰਿਤਸਰ ਵਿੱਚ ਹੋਇਆ। ਔਰ ਪਾਕਿਸਤਾਨ ਤੋਂ ਵੀ ਬਹੁਤ ਲੋਕ ਦਰਸ਼ਕ ਆ ਰਹੇ ਆ ਇੱਥੇ ਵੇਖਣ ਲਈ। ਔਰ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਜੋ ਸਾਡੇ ਦਰਸ਼ਕ ਸੁਣ ਰਹੇ ਆ ਇਹਨਾਂ ਸਾਰਿਆਂ ਨੂੰ ਚਾਹੀਦਾ ਕਿ ਉੱਥੇ ਜਾ ਕੇ ਸਾਰੇ ਪੰਡਾਲ ਦੇ ਵਿੱਚ ਜਾਂ ਜੋ ਸੰਮੇਲਨ ਆ ਉਹਨੂੰ ਆਪਣੇ ਅੱਖਾਂ ਨਾਲ ਤੱਕਣ, ਕਿਉਂਕਿ ਵੀਡੀਓ ਤਾਂ ਆਏਗੀ, ਵੀਡੀਓ ਤਾਂ ਫੇਸਬੁੱਕ 'ਤੇ ਪੈ ਜਾਣੀ ਆ,
ਹੈ ਨਾ YouTube ਤੇ ਵੀ ਪੈ ਜਾਣੀ ਆ। ਔਰ ਪ੍ਰਵਾਸੀ ਭਾਰਤੀ ਸਾਡੇ ਤੇ ਉੱਥੋਂ ਆਉਣਾ ਮੁਸ਼ਕਲ ਆ, ਉਹ ਸਾਰੇ ਵੀਰ ਤਾਂ ਵੀਡੀਓ ਰਾਹੀਂ ਦੇਖਣਗੇ। ਔਰ ਇਹ ਜਿਹੜਾ ਸਮਾਗਮ ਹੈ ਬਹੁਤ ਵੱਡਾ ਸਮਾਗਮ ਹੈ, ਇਹਦੇ ਨਾਲ ਸਿਰ ਤਾਂ ਉੱਚਾ ਹੋਊਗਾ, ਮਾਣ ਵੀ ਮਿਲੇਗਾ, ਸਤਿਕਾਰ ਵੀ ਮਿਲੇਗਾ ਪੰਜਾਬ ਨੂੰ। ਬਹੁਤ ਵੱਡੀ ਗੱਲ ਹੈ ਸਾਡੇ ਦਰਸ਼ਕਾਂ ਲਈ ਵੀ, ਔਰ ਸਾਡੇ ਚੈਨਲ ਵੱਲੋਂ ਵੀ ਬਹੁਤ ਵੱਡਾ ਇੱਕ ਮੈਸੇਜ ਹੈ ਸਾਰੇ ਲੋਕਾਂ ਲਈ, ਸਾਡੇ ਦਰਸ਼ਕਾਂ ਲਈ, ਕਿ ਅੰਮ੍ਰਿਤਸਰ ਦੀ ਧਰਤੀ ਨੂੰ ਫਿਰ ਉਸੇ ਤਰ੍ਹਾਂ ਸ਼ਿੰਗਾਰਿਆ ਗਿਆ, ਉਸੇ ਤਰ੍ਹਾਂ ਉੱਥੇ ਖਾਣਾ ਬਣ ਰਿਹਾ, ਉਸੇ ਤਰ੍ਹਾਂ ਲੋਕ ਉੱਥੇ ਪਹੁੰਚ ਰਹੇ ਆ। ਬਿਲਕੁਲ। ਔਰ ਇੱਕ ਚੀਜ਼ ਹੋਰ ਵੀ ਹੈ, ਜਦੋਂ ਖਾਣੇ ਦੀ ਆਪਾਂ ਗੱਲ ਕਰਦੇ ਆ ਨਾ, ਉਹਨਾਂ ਨੂੰ ਖਾਸ ਧਿਆਨ ਰੱਖਣਾ ਪੈਣਾ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਜਿਹੜੇ ਬਾਹਰ ਦੇ ਡੈਲੀਗੇਟਸ ਆਏ ਨੇ ਉਹ ਇੰਨਾ ਮਸਾਲੇਦਾਰ ਖਾਣਾ ਖਾਣ ਦੇ ਆਦੀ ਨਹੀਂ ਹੈਗੇ। ਸਹੀ ਆ, ਆਪਾਂ ਮਸਾਲੇਦਾਰ ਜ਼ਿਆਦਾ ਉਹ ਜ਼ਰਾ ਕਾਬੂ ਰੱਖਣਾ ਪਏਗਾ। ਪਰ ਸਾਗ ਤੇ ਮੱਕੀ ਦੀ ਰੋਟੀ ਬਣਦਾ ਜੇ ਮੌਸਮ ਹੈਗਾ, ਹਜੇ ਜਾਂਦਾ ਮੌਸਮ ਨਿਮੀ ਠੰਡ ਹੈਗੀ ਆ। ਉਹ ਮੈਂ ਇੱਕ ਗੱਲ ਦੱਸਦਾ ਕਿ ਇੱਕ ਅੰਗਰੇਜ਼ ਆਇਆ ਸੀ ਪੰਜਾਬ ਦੇ ਵਿੱਚ, ਉਹਨੇ ਪੰਜਾਬ ਦਾ ਖਾਣਾ ਖਾਧਾ, ਜਿਹੜਾ ਘਰੇਲੂ ਖਾਣਾ ਹੁੰਦਾ, ਸਪਾਈਸੀ ਹੁੰਦਾ ਨਾ, ਮਸਾਲੇ ਹੁੰਦੇ ਨੇ, ਖਾ ਤਾਂ ਉਹਨੇ ਲਿਆ। ਬਾਅਦ ਚ ਉਹਨੂੰ ਪੁੱਛਿਆ ਵੀ ਕਿੱਦਾਂ ਲੱਗਾ, ਕਹਿੰਦਾ ਮੇਰੇ ਢਿੱਡ 'ਚ ਨਾ ਬੰਬ ਚੱਲਦੇ। ਪਚਣਾ ਔਖਾ ਹੈ ਨਾ ਸਾਰਾ, ਕਿਉਂਕਿ ਉਹ ਆਦਤ ਨਹੀਂ ਨਾ ਹੈਗੀ ਸਪਾਈਸੀ, ਇਸ ਕਰਕੇ ਖਾਣੇ ਦਾ ਧਿਆਨ ਰੱਖਣਾ। ਆਪਾਂ ਕਰਾਰੀ ਚੀਜ਼ ਖਾਂਦੇ ਹਾਂ, ਮਿਰਚ ਜ਼ਿਆਦਾ ਖਾਂਦੇ ਕਿਉਂਕਿ ਆਪਾਂ ਲੜਾਕੂ ਹਾਂ। ਜਿੱਥੇ ਜਿਹੜੇ ਸਟੇਟਾਂ 'ਚ ਮਿਰਚ ਖਾਧੀ ਜਾਂਦੀ ਹੈ, ਗਰਮ ਪ੍ਰਦੇਸ਼ਾਂ 'ਚ ਖਾਂਦੇ ਆ ਲੋਕ ਮਿਰਚ, ਔਰ ਮਸਾਲੇ ਵੀ ਉਹ ਖਾਂਦੇ ਆ। ਰਾਜਸਥਾਨ 'ਚ ਮਿਰਚ ਬਹੁਤ ਖਾਂਦੇ ਆ, ਉਹ ਮਿਰਚਾਂ ਘੋਟ ਕੇ ਤੇ ਰੋਟੀ ਤੇ ਪਾ ਲੈਂਦੇ ਆ, ਫਿਰ ਲੱਸੀ ਪੀਂਦੇ ਆ। ਔਰ ਮਿਰਚ ਖਾਣ ਵਾਲੇ ਬੰਦੇ ਲੜਾਕੂ ਹੁੰਦੇ ਆ, ਜਿਹੜੇ ਨਹੀਂ ਸਪਾਈਸੀ ਫੂਡ ਖਾਂਦੇ ਲੜਾਕੂ ਘੱਟ ਹੋਣਗੇ, ਠੰਡੇ ਦੇਸ਼ਾਂ ਦੇ ਲੋਕ ਹੁੰਦੇ। ਲੋ ਜੀ ਬਲਕਾਰ ਜੀ, ਜੀ ਹੁਣ ਖਾਣ ਪੀਣ ਤੋਂ ਆਪਾਂ ਚੱਲੀਏ ਜੀ। ਹੋਰ ਖਾਣ ਪੀਣ ਜਾਣਾ ਨਹੀਂ ਗਾ, ਹੁਣ ਆਪਾਂ ਪ੍ਰੋਗਰਾਮ ਖਤਮ ਕਰਨਾ, ਖਾਣ ਪੀਣ ਤਾਂ ਆਪਾਂ ਬਾਅਦ ਮੈਂ ਤਾਂ ਇਹ ਕਿਹਾ ਸੀ ਸ਼ਾਇਦ ਤੁਸੀਂ ਇਨਵਾਈਟ ਕਰਦੇ ਪਏ ਹੋ ਖਾਣ ਪੀਣ ਵਾਸਤੇ। ਜ਼ਰੂਰ ਕਰਾਂਗੇ। ਖੁਸ਼ੀਆਂ ਲਿਆਵੇ ਰੱਬ, ਔਰ ਚੰਗੀ ਅਰਦਾਸ ਕਰਕੇ ਸਾਰਿਆਂ ਮਿੱਤਰਾਂ ਨੂੰ, ਸੱਜਣਾਂ ਨੂੰ, ਦੋਸਤਾਂ ਨੂੰ ਬੁਲਾਵਾਂਗੇ, ਕੋਈ ਇਦਾਂ ਦੀ ਗੱਲ ਨਹੀਂ ਜੀ। ਬਿਲਕੁਲ ਜੀ। ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲੋ ਬਲਕਾਰ ਜੀ, ਸਤਿ ਸ੍ਰੀ ਅਕਾਲ ਜੀ।